ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੇ ਗੁਰੂ ਪਿਆਰੇ, ਅੱਜ ਦੀ ਗੁਰਮਤਿ ਕਲਾਸ ਸ਼ਾਮਲ ਹੋਣ ਵਾਲੇ ਸਮੂਹ ਵੀਰ ਭੈਣ, ਆਪ ਸਾਰਿਆਂ ਨੂੰ ਜੀ ਆਇਆਂ। ਮੰਗਲਵਾਰ ਅਸੀਂ ਸੰਥਿਆ ਦੀ ਕਲਾਸ, ਜਿਹਦੇ ਵਿੱਚ ਸੰਥਿਆ, ਉਚਾਰਨ, ਅਰਥਬੋਧ, ਨਿਜ਼ਮ, ਵਿਆਕਰਨ ਨਿਜ਼ਮ, ਇਹ ਸਾਰੇ ਅਸੀਂ ਵਿਚਾਰ ਕਰਦੇ ਹਾਂ। ਭੱਟਾਂ ਦੇ ਸਵਈਏ, ਜਿਨ੍ਹਾਂ ਨੂੰ ਅਸੀਂ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਜੋ ਜੋਤ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੀ, ਰੱਬੀ ਜੋਤ ਦੀ ਉਸਤਤ ਵਿੱਚ ਜੋ ਸਵਈਏ ਉਚਾਰਨ ਕੀਤੇ, ਸਵਈਏ ਮਹੱਲੇ ਤੀਜੇ ਕੇ, ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਭੱਟ ਭਿੱਖੇ ਦੇ ਸਵਈਏ ਤੋਂ ਅੱਜ ਦੀ ਵਿਚਾਰ ਆਰੰਭ ਹੋਏਗੀ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਏ ਇੱਕ ਚਿਤੈ ਲਿਵ ਲਾਵੈ। ਇਹ ਵਿਚਾਰ ਦੀ ਸੇਵਾ ਨਿਭਾ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣਾ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਵਿਚਾਰ ਆਰੰਭ ਕਰਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰਮੁਖ ਪਿਆਰੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ, ਸਰਦਾਰ MP ਸਿੰਘ ਜੀ, ਸਰਦਾਰ ਰਾਜਾ ਸਿੰਘ ਜੀ, ਯਾਨੀ ਜਗੀਰ ਸਿੰਘ ਜੀ ਅਤੇ ਸਾਰੇ ਹੀ ਗੁਰਮੁਖ ਪਿਆਰੇ ਜਿੰਨੇ ਵੀ ਇਸ ਕਲਾਸ ਵਿੱਚ ਹਾਜ਼ਰ ਹਨ, ਸਿੱਖ ਮਿਸ਼ਨਰੀ ਕਾਲਜ ਦੇ ਸਰਕਲ ਦੇ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਦੇ ਵਿੱਚ ਉਚਾਰਨ ਕੀਤੇ ਭੱਟ ਭਿੱਖੇ ਜੀ ਦੇ ਸਵਈਏ ਨੂੰ ਆਰੰਭ ਕਰ ਰਹੇ ਹਾਂ। ਪਹਿਲਾਂ ਕੁੱਲ 18 ਸਵਈਆਂ ਦੀ ਵਿਚਾਰ ਪਿਛਲੇ ਦਿਨਾਂ ਵਿੱਚ ਹੋ ਚੁੱਕੀ ਹੈ, ਜਿਹਦੇ ਵਿੱਚੋਂ ਆਖਰੀ 4 ਸਵਈਏ ਭੱਟ ਕੀਰਤ ਜੀ ਦੇ ਜਿਹੜੇ ਉਚਾਰੇ ਹੋਏ ਸਨ, ਉਹਦੀ ਅਸੀਂ ਵਿਚਾਰ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਆ ਗਿਆ ਜੀ ਭਿੱਖੇ ਕੇ, ਤੇ ਜਿਹੜੀਆਂ ਪ੍ਰਮਾਣਿਕ ਖਾਤਿਕਤ ਬੀੜਾਂ ਹੈਗੀਆਂ ਨੇ, ਉਹਨਾਂ 'ਚ ਇਹ ਸ਼ਬਦ ਭਿੱਖੇ ਕਹੇ ਮਿਲਦਾ ਹੈਗਾ। ਭਿੱਖੇ ਕਹੇ ਭਾਵ ਭਿੱਖਾ ਜੀ ਨੇ ਇਹ ਸਵਈਏ ਕਹੇ ਨੇ, ਤੇ ਇਸ ਸਵਈਏ ਵਿੱਚ ਵੀ ਇਹ ਤੁਕ ਆਉਂਦੀ ਹੈ, ਗੁਰ ਮਿਲਿਓ ਸੋਏ ਭਿੱਖਾ ਕਹੈ। ਸ਼ਾਇਦ ਇੱਥੋਂ ਉਹ ਸਿਰਲੇਖ ਲਿਆ ਹੋਵੇਗਾ, ਤੇ ਪ੍ਰਿੰਟਡ ਵੀਣਾ ਵਿੱਚ ਇਹ ਪਾਠ ਮਿਲਦਾ ਹੈ ਸਾਨੂੰ ਭਿੱਖੇ ਕੇ ਦੀ। ਇਹ ਸਵਈਏ ਭੱਟ ਭਿੱਖੇ ਜੀ ਦੇ ਉਚਾਰਨ ਕੀਤੇ ਹੋਏ ਹਨ। ਹੁਣ ਜਿਹੜੇ ਇਹ ਅਗਲੇ ਸਵਈਏ ਆ ਰਹੇ ਨੇ, ਇਹ 4 ਸਵਈਏ ਨੇ, ਜਿਹਦੇ ਵਿੱਚੋਂ 2 ਸਵਈਏ ਭੱਟ ਭਿੱਖਾ ਜੀ ਦੇ ਹਨ। ਉਹਦੇ ਵਿੱਚੋਂ ਇੱਕ ਸਵਈਆ ਜਿਹੜਾ ਅਗਲਾ ਉਹ ਭੱਟ ਸੱਲ ਜੀ ਦਾ ਹੈ, ਅਤੇ ਆਖਰੀ ਸਵਈਆ ਜਿਹੜਾ ਹੈ ਉਹ ਭੱਟ ਪਲ ਜੀ ਦਾ ਉਚਾਰਨ ਕੀਤਾ ਹੋਇਆ ਹੈ। 4 ਸਵਈਏ ਹੁਣ ਕੁੱਲ ਬਾਕੀ ਨੇ, ਔਰ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਦੇ ਕੁੱਲ 22 ਸਵਈਏ ਨੇ। ਇਹਨਾਂ ਵਿੱਚੋਂ ਜਿਹੜੇ ਭੱਟ ਭਿੱਖਾ ਜੀ ਨੇ ਉਹ ਸਭ ਤੋਂ ਵੱਡੇ ਨੇ। ਮੈਂ ਭੱਟਾਂ ਦੇ ਸਵਈਆਂ ਦੇ ਆਰੰਭਤਾ ਦੇ ਵਿੱਚ ਥੋੜੀ ਜਿਹੀ ਵਿਚਾਰ ਦਿੱਤੀ ਸੀ, ਮੈਂ ਇੱਥੇ ਹੁਣ ਫਿਰ ਥੋੜੀ ਦੁਹਰਾ ਦਿਆਂ, ਕਿਉਂਕਿ ਅੱਜ 3 ਭੱਟਾਂ ਦੇ ਸਵਈਆਂ ਦੇ ਅਸੀਂ ਵਿਚਾਰ ਕਰਨ ਜਾ ਰਹੇ ਹਾਂ। ਜਿਹੜਾ ਸੂਰਜਵੰਸ਼ੀ ਰਾਜਾ ਹੋਇਆ ਹੈ ਸਗਰ, ਜਿਹੜੀ ਉਹਦੀ ਵੰਸਾਵਲੀ ਹੈ, ਉਹਦਾ ਪੁੱਤਰ ਅਸਮੰਜਸ, ਉਹਦਾ ਪੁੱਤਰ ਅੰਸ਼ਮਾਨ, ਅੱਗੋਂ ਉਹਦਾ ਪੁੱਤਰ ਦਰੀਪ, ਉਸ ਤੋਂ ਅੱਗੇ ਉਹਦਾ ਪੁੱਤਰ ਭਗੀਰਥ। ਇਹ ਜਿਹੜੀ ਪੀੜ੍ਹੀ ਚੱਲਦੀ ਆਈ, 9ਵੀਂ ਪੀੜ੍ਹੀ ਭੱਟ ਰਹੀ ਆ। ਇਹ ਪੀੜ੍ਹੀਆਂ ਤਾਂ ਸਾਡੇ ਕੋਲ ਨੇ ਕਿਉਂਕਿ ਭੱਟਾਂ ਦਾ ਕੰਮ ਹੀ ਸੀ ਦੁਨੀਆ ਦੀਆਂ ਪੀੜ੍ਹੀਆਂ ਲਿਖਣ ਦਾ, ਭਾਰਤ ਦੇ ਲੋਕਾਂ ਦੀਆਂ ਪੀੜ੍ਹੀਆਂ ਲਿਖਣ ਦਾ। ਸੁਭਾਵਕ ਆਪਣੀਆਂ ਵੀ ਉਹਨਾਂ ਨੇ ਲਿਖੀਆਂ ਤੇ ਸੰਭਾਲ ਕੇ ਰੱਖੀਆਂ। ਭੱਟ ਰਈਆ ਜਿਹੜਾ ਸੀ 9ਵੀਂ ਪੀੜ੍ਹੀ ਵਿੱਚ, ਭੱਟ ਭਗੀਰਥ ਤੇ 9ਵੀਂ ਪੀੜ੍ਹੀ ਦੇ ਵਿੱਚ ਭੱਟ ਰਈਆ ਜਿਹਦੇ 6 ਪੁੱਤਰ ਸਨ। ਉਹਨਾਂ 6 ਪੁੱਤਰਾਂ ਦੇ ਨਾਮ ਨੇ ਭੱਟ ਸੇਖਾ, ਭੱਟ ਗੋਪਾ, ਭੱਟ ਭਿੱਖਾ, ਭੱਟ ਚੋਖਾ, ਭੱਟ ਤੋਖਾ ਤੇ ਭੱਟ ਟੋਡਾ। ਇਹਦੇ ਵਿੱਚੋਂ ਭੱਟ ਭਿੱਖਾ ਜੀ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ। ਭੱਟ ਭਿੱਖਾ ਤੇ ਭੱਟ ਟੋਡਾ ਜਿਹੜੇ ਨੇ ਦੋਨੋਂ ਭਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਹਨਾਂ ਨੇ ਦਰਸ਼ਨ ਕੀਤੇ ਸਨ। ਜਿਸ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਕਰ ਰਹੇ ਨੇ ਭੱਟ ਭਿੱਖਾ ਜੀ, ਅਸਲ ਦੇ ਵਿੱਚ ਇਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲ ਚੁੱਕੇ ਸਨ। ਜਿਹੜੇ ਬਾਕੀ ਭੱਟ ਨੇ, ਬਾਕੀ ਭੱਟਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਬਾਕੀ ਗੁਰੂਆਂ ਦੀ ਸਿਫਤ ਕੀਤੀ, ਪਰ ਉਹਨਾਂ ਨੇ ਸਿਰਫ ਪੰਚਮ ਪਾਤਸ਼ਾਹ ਨੂੰ ਦੇਖਿਆ ਜਾਂ ਉਹਨਾਂ ਦੇ ਪੰਚਮ ਪਾਤਸ਼ਾਹ ਦੇ ਜੀਵਨ ਨੂੰ ਦੇਖਿਆ। ਪਰ ਭੱਟ ਭਿੱਖਾ ਐਸੇ
ਜਿਹਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ, ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਵੀ ਬਾਅਦ ਵਿੱਚ ਕੀਤੇ। ਸੁਭਾਵਕ ਇਹਨਾਂ ਨੇ ਜੋ ਗੁਰੂ ਅਮਰਦਾਸ ਪਾਤਸ਼ਾਹ ਬਾਰੇ ਜੋ ਕੁਝ ਵੀ ਵਰਣਨ ਕੀਤਾ ਹੈ, ਉਹ ਦਰਸ਼ਨ ਕਰਕੇ ਉਹਨਾਂ ਦੇ ਜੀਵਨ ਨੂੰ ਦੇਖ ਕੇ ਸਾਰਾ ਕੁਝ ਲਿਖਿਆ ਹੈ ਭੱਟ ਭਿੱਖਾ ਜੀ ਨੇ। ਤੇ ਭੱਟ ਭਿੱਖਾ ਤੇ ਭੱਟ ਟੋਡਾ ਇਹ ਦੋਨੋਂ ਭਰਾ ਆਏ ਸਨ ਜਦੋਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਦਰਸ਼ਨ ਇਹਨਾਂ ਨੇ ਕੀਤੇ ਸਨ। 1581 ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ ਸਤਿਗੁਰੂ ਪਾਤਸ਼ਾਹ ਦੇ, ਜਦੋਂ ਇਹਨਾਂ ਨੇ ਦਰਸ਼ਨ ਕੀਤੇ ਸਨ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੇ ਸਮੇਂ ਵੀ ਇਹ ਭੱਟ ਸਾਹਿਬਾਨ ਆਏ ਸਨ ਤੇ ਇਹਨਾਂ ਦੇ ਜਿਹੜੇ ਸਵਈਏ ਨੇ ਕੁੱਲ 120 ਸਵਈਏ 1399 ਤੋਂ ਲੈ ਕੇ 1409 ਪੰਨੇ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। 1581 ਦੇ ਵਿੱਚ ਇਹਨਾਂ ਦੀ ਭੇਂਟ ਹੋਈ ਸੀ, ਸਤਿਗੁਰੂ ਪੰਚਮ ਪਾਤਸ਼ਾਹ ਦੇ ਵੀ ਇਹਨਾਂ ਦਰਸ਼ਨ ਕੀਤੇ ਔਰ ਸਾਰਾ ਕੁਝ ਦੇਖਿਆ। ਇਹ ਰਹਿਣ ਵਾਲੇ ਕਿੱਥੋਂ ਦੇ ਸਨ? ਹਰਿਆਣੇ ਦੇ ਇਲਾਕੇ ਦੇ ਵਿੱਚ ਜੀਂਦ ਜਿੱਥੇ ਸਾਰੇ ਸਾਰਸਵਤ ਬ੍ਰਾਹਮਣ, ਗੌੜ ਬ੍ਰਾਹਮਣ, ਕੌਸ਼ਿਕ ਰਿਸ਼ੀ ਬ੍ਰਾਹਮਣ, ਜਿਹੜੇ ਸਾਰਸਵਤੀ, ਇਹਨਾਂ ਨੂੰ ਸਾਰਸਵਤ ਵੀ ਕਿਹਾ ਗਿਆ ਕਿਉਂਕਿ ਸਰਸਵਤੀ ਦੇ ਉਰਲੇ ਪਾਰ ਵਾਲੇ ਸਨ। ਉਹ ਹੋਏ ਇਲਾਕੇ ਦੇ ਕਰਨਾਲ ਦੇ ਵਿੱਚ। ਇਹਨਾਂ ਵਿੱਚੋਂ ਭੱਟ ਕੀਰਤ ਤੇ ਭੱਟ ਮੱਥਰਾ ਜਿਹੜੇ ਨੇ, ਇਹ ਗੁਰੂ ਕੇ ਸਿੱਖ ਵੀ ਬੜੇ ਸਨ ਤੇ ਸ਼ਹੀਦ ਵੀ ਹੋਏ ਸਨ। ਭੱਟ ਮੱਥਰਾ ਜੀ 6ਵੇਂ ਪਾਤਸ਼ਾਹ ਦੇ ਸਮੇਂ ਸ਼ਹੀਦ ਹੋਏ ਸਨ। ਭੱਟ ਕੀਰਤ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਸ਼ਹੀਦ ਹੋਏ ਮੰਨੇ ਜਾਂਦੇ ਹਨ। ਖੈਰ, ਇਤਿਹਾਸ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਦੇਖਣ ਵਾਲਾ ਹੁੰਦਾ ਹੈ। ਹੁਣ ਭੱਟ ਭਿੱਖਾ ਜੀ ਨੇ ਸਵਈਏ ਉਚਾਰੇ ਤੇ ਭੱਟ ਭਿੱਖਾ ਦੇ 3 ਪੁੱਤਰ ਭੱਟ ਕੀਰਤ, ਭੱਟ ਮੱਥਰਾ, ਭੱਟ ਜਾਲਪ, ਉਹਨਾਂ ਨੇ ਵੀ ਸਵਈਏ ਉਚਾਰੇ ਗੁਰੂ ਸਾਹਿਬਾਨਾਂ ਦੀ ਸਿਫਤ ਵਿੱਚ, ਜਿਹਦੇ ਵਿੱਚ ਭੱਟ ਕੀਰਤ ਤੇ ਮੱਥਰਾ ਸ਼ਹੀਦ ਵੀ ਹੋਏ। ਭੱਟ ਸੇਖੇ ਦੇ 2 ਪੁੱਤਰ ਭੱਟ ਸਲ ਤੇ ਭਲ, ਜਿਨ੍ਹਾਂ ਦੀ ਅੱਜ ਅਸੀਂ ਵਿਚਾਰ ਕਰਨੀ ਹੈ ਬਾਣੀ ਦੀ, ਭੱਟ ਸਲ ਜੀ ਤੇ ਭੱਟ ਭਲ ਜੀ, ਇਹਨਾਂ ਨੇ ਵੀ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਵਿੱਚ ਇੱਕ ਸਵਈਆ ਉਚਾਰਿਆ। ਭੱਟ ਗੋਪੇ ਦੇ ਪੁੱਤਰ ਭੱਟ ਹਰਬੰਸ ਨੇ 2 ਸਵਈਏ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਦੇ ਜਿਹੜੇ ਉਚਾਰੇ ਨੇ ਉਹ ਅਖੀਰ ਵਿੱਚ ਆਉਣਗੇ, ਸਭ ਤੋਂ ਆਖਰੀ ਸਵਈਏ। ਭੱਟ ਚੋਖੇ ਦੇ 2 ਪੁੱਤਰਾਂ ਦੇ ਸਵਈਏ ਭੱਟ ਕਲਸਹਾਰ ਜੀ ਤੇ ਭੱਟ ਗਿਆਨ। ਭੱਟ ਤੋਖਾ ਦਾ ਇੱਕ ਪੁੱਤਰ ਹੈ ਭੱਟ ਬਲ, ਉਹਦੇ ਵੀ ਸਵਈਏ ਇਸ ਬਾਣੀ ਵਿੱਚ ਦਰਜ ਹਨ। ਤੇ ਇੱਕ ਭੱਟ ਹੈ ਭੱਟ ਨਲ, ਜਿਹਨੂੰ ਭੱਟ ਦਾਸ ਵੀ ਕਹਿੰਦੇ ਆ, ਉਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ। ਹੋ ਸਕਦਾ ਇਸੇ ਪਰਿਵਾਰ ਦੇ ਵਿੱਚੋਂ ਉਹ ਕਿਸੇ ਦਾ ਭਤੀਜਾ ਆਦਿਕ ਹੋਵੇ ਜਾਂ ਚਾਚਾ ਆਦਿਕ ਹੋਵੇ। ਖੈਰ, ਅੱਜ ਦੀ ਇਹ ਮੈਂ ਵਿਚਾਰ ਹੁਣ ਆਰੰਭ ਕਰਨ ਜਾ ਰਿਹਾ ਹਾਂ। ਭੱਟ ਭਿੱਖਾ ਜੀ ਦੀ ਸਿਫਤ, ਜਿਹੜੀ ਭੱਟ ਭਿੱਖਾ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਸਲਾਹ ਕੀਤੀ, ਆਰੰਭਤਾ ਦਾ ਇਹ ਬਚਨ। ਸਭ ਤੋਂ ਪਹਿਲਾਂ ਅਸੀਂ ਸਵਈਏ ਦਾ ਪਾਠ ਕਰ ਲਈਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ, ਸੱਚ ਸੱਚ ਜਾਣੀਐ ਇਕ ਚਿਤੈ ਲਿਵ ਲਾਵੇ। ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਤਾਵੇ, ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੁਝ ਵਿਚਾਰ ਪਾਵੇ। ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ। ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਗੁਰ ਗਿਆਨ ਅਰ ਧਿਆਨ, ਇੱਥੇ ਗੁਰ ਦੇ ਰਾਰੇ ਨੂੰ ਔਂਕੜ ਹੈ, ਭਾਵ ਇੱਕ ਵਚਨ ਪੁਲਿੰਗ ਇਹ ਸ਼ਬਦ ਹੈ, ਇੱਕ ਗੁਰ ਦੀ ਗੱਲ ਚੱਲ ਰਹੀ ਹੈ। ਗਿਆਨ ਦੇ ਨੰਨੇ ਨੇ ਵੀ ਔਂਕੜ ਹੈ ਅਰ ਧਿਆਨ ਦੇ ਨੰਨੇ ਨੇ ਵੀ ਔਂਕੜ ਹੈ। ਗੁਰ ਗਿਆਨ ਅਰ ਧਿਆਨ, ਗੁਰ ਜਿਹੜਾ ਹੈ ਉਹ ਗਿਆਨ ਰੂਪ ਹੈ ਤੇ ਧਿਆਨ ਰੂਪ ਹੈ। ਭਾਵ ਸਰੀਰ ਨਹੀਂ, ਜਿਹੜਾ ਗਿਆਨ ਹੈ ਉਹ ਗੁਰੂ ਹੈ, ਜਿਹੜਾ ਪ੍ਰਭੂ ਚ ਮਿਲਿਆ ਹੋਇਆ ਧਿਆਨ ਉਹ ਗੁਰੂ ਹੈ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਕੀਤੀ ਭੱਟ ਭਿੱਖਾ ਜੀ ਨੇ ਕਿ ਜਦੋਂ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਆ ਕੇ ਦਰਸ਼ਨ ਕੀਤੇ, ਉਹ ਗੁਰੂ ਗਿਆਨ ਦਾ ਮੁਜੱਸਮਾ ਹੈ, ਉਹ ਗੁਰੂ ਧਿਆਨ ਦਾ ਸਰੂਪ ਹੈ, ਭਾਵ ਜਿਹਦਾ ਧਿਆਨ ਹਰ ਪਲ ਪ੍ਰਭੂ ਚ ਜੁੜਿਆ ਹੋਇਆ ਹੈ। ਤਤ ਸਿਉ ਤਤ ਮਿਲਾਵੇ, ਇੱਕ ਤਤ ਤੇ ਤੱਤੇ ਨੂੰ ਔਂਕੜ ਹੈ, ਇੱਕ ਤਤ ਦਾ ਤੱਤਾ ਮੁਕਤਾ ਹੈ। ਕਿਉਂ? ਸਿਉ ਸੰਬੰਧਕ ਹੋਣ ਕਰਕੇ ਉਸ ਤੋਂ ਪਹਿਲਾ ਜਿਹੜਾ ਤਤ ਹੈ ਉਹਦੇ ਤੱਤੇ ਦੀ ਔਂਕੜ ਉੱਡ ਗਈ। ਤਤ ਸਿਉ ਮੈਨੇ ਤਤ ਨਾਲ, ਤਤ ਮਿਲਾਵੇ, ਅਗਲਾ ਤਤ ਜਿਹੜਾ ਉਹ ਇੱਕ ਵਚਨ ਪੁਲਿੰਗ ਦਾ ਹੋਣ ਕਰਕੇ ਔਂਕੜ ਸਹਿਤ ਆ ਗਿਆ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਗਿਆਨ ਰੂਪ ਤੇ ਧਿਆਨ ਰੂਪ ਹਨ।
ਤਤ ਸਿਉ ਤਤ ਮਿਲਾਵੇ, ਉਹਨਾਂ ਨੇ ਆਪਣੇ ਤਤ ਨੂੰ ਤਤ ਨਾਲ ਮਿਲਾ ਦਿੱਤਾ, ਭਾਵ ਪ੍ਰਭੂ ਚ ਅਭੇਦ ਕਰ ਲਿਆ, ਆਪਣੇ ਆਪੇ ਨੂੰ ਪ੍ਰਭੂ ਚ ਇੱਕਮਿਕ ਕਰ ਲਿਆ। ਆਪਣਾ ਤਤ ਮੈਨੇ ਆਪਣਾ ਆਪਾ ਪ੍ਰਭੂ ਵਿੱਚ ਅਭੇਦ ਕਰ ਦਿੱਤਾ, ਜਿਹੜਾ ਪ੍ਰਭੂ ਤਤ ਹੈ ਉਹਦੇ ਵਿੱਚ ਅਭੇਦ ਕਰ ਲਿਆ। ਸੱਚ ਸੱਚ ਜਾਣੀਏ, ਪਹਿਲੇ ਸੱਚ ਦੇ ਚੱਚੇ ਨੂੰ ਸਿਹਾਰੀ ਹੈ, ਅਗਲੇ ਸੱਚ ਦੇ ਚੱਚੇ ਨੂੰ ਔਂਕੜ ਹੈ। ਵਿਆਕਰਨ ਦੀ ਬਹੁਤ ਲੋੜ ਹੈ ਸਾਨੂੰ, ਕਿਉਂਕਿ ਗੁਰਬਾਣੀ ਵਿਆਕਰਨ ਸਿੱਖਣ ਨਾਲ ਹੀ ਪਤਾ ਚੱਲੇਗਾ ਕਿ ਆਖਰੀ ਅੱਖਰ ਨੂੰ ਔਂਕੜ ਤੇ ਕੀ ਅਰਥ ਹੁੰਦੇ ਨੇ ਤੇ ਆਖਰੀ ਅੱਖਰ ਦੀ ਸਿਹਾਰੀ ਦੇ ਕੀ ਅਰਥ ਹੁੰਦੇ ਨੇ। ਸੱਚ ਦੇ ਚੱਚੇ ਨੂੰ ਸਿਹਾਰੀ ਆ ਗਈ, ਜਦੋਂ ਇੱਕ ਵਚਨ ਪੁਲਿੰਗ ਦੇ ਆਖਰੀ ਅੱਖਰ ਨੂੰ ਸਿਹਾਰੀ ਆ ਜਾਏ ਤੇ ਉਹਦੇ ਕਾਰ ਕੀ ਅਰਥ ਬਣ ਜਾਂਦੇ ਨੇ। ਸੱਚ ਵਿੱਚ, ਸੱਚ ਸੱਚ ਜਾਣੀਏ, ਸੱਚ ਵਿੱਚ ਅਗਲਾ ਸੱਚ ਹੈ ਸਦਾ ਥਿਰ ਪ੍ਰਭੂ ਅਕਾਲ ਪੁਰਖ। ਸਦਾ ਥਿਰ ਪ੍ਰਭੂ ਹਰੀ ਵਿੱਚ ਜੁੜਨ ਕਰਕੇ ਸਤਿਗੁਰੂ ਨੂੰ ਹਰੀ ਜਾਣਨਾ ਚਾਹੀਦਾ ਹੈ। ਸੱਚ ਸੱਚ ਜਾਣੀਏ, ਸੱਚ ਵਿੱਚ ਜੁੜਨ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਸੱਚ ਜਾਣਨਾ ਚਾਹੀਦਾ ਹੈ। ਉਹ ਵੀ ਸੱਚ ਦਾ ਹੀ ਰੂਪ ਹੋ ਗਏ, ਸੱਚ ਵਿੱਚ ਅਭੇਦ ਹੋ ਗਏ। ਇੱਕ ਚਿੱਤੈ ਲਿਵ ਲਾਵੈ, ਚਿੱਤੈ ਭਾਵ ਇੱਕ ਮਨ ਇਕਾਗਰ ਹੋ ਕੇ, ਤੇ ਇੱਕ ਦੇ ਕੱਕੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਇਹ ਲਿਵ ਦਾ ਵਿਸ਼ੇਸ਼ਣ ਹੈ, ਤੇ ਲਿਵ ਹੈ ਇਸਤਰੀ ਲਿੰਗ ਸ਼ਬਦ, ਲਿਵ ਹੁੰਦੀ ਹੈ ਤੇ ਇਸਤਰੀ ਲਿੰਗ ਹੁਣ ਕਰਕੇ ਉਹਦਾ ਵਿਸ਼ੇਸ਼ਣ ਇੱਕ ਵੀ ਬਿਨਾਂ ਔਂਕੜ ਤੋਂ ਆ ਗਿਆ। ਇੱਕ ਲਿਵ ਚਿੱਤ ਦੇ ਵਿੱਚ, ਚਿੱਤੈ ਮੈਨੇ ਚਿੱਤ ਵਿੱਚ, ਇੱਕ ਲਿਵ ਲਾਵੇ ਮੈਨੇ ਲਗਾ ਰਿਹਾ ਹੈ, ਭਾਵ ਗੁਰੂ ਅਮਰਦਾਸ ਪਾਤਸ਼ਾਹ ਇੱਕ ਚਿੱਤ ਹੋ ਕੇ ਇੱਕ ਲਿਵ ਜਿਹੜੀ ਲਗਾ ਰਹੇ ਨੇ, ਚਿੱਤੈ ਚਿੱਤ ਵਿੱਚ ਹੋ ਕੇ ਇਕਾਗਰ ਹੋ ਕੇ ਇੱਕ ਲਿਵ ਲਗਾ ਰਹੇ ਹਨ, ਪ੍ਰਭੂ ਵਿੱਚ ਅਭੇਦ ਹੋ ਰਹੇ ਹਨ। ਸੱਚ ਸੱਚ ਜਾਣੀਏ, ਸੱਚ ਵਿੱਚ ਜੁੜਨ ਕਰਕੇ ਗੁਰੂ ਨੂੰ ਸੱਚ ਜਾਣਨਾ ਚਾਹੀਦਾ ਹੈ, ਭਾਵ ਗੁਰੂ ਰੱਬ ਹੈ। ਇੱਕ ਚਿੱਤੈ ਲਿਵ ਲਾਵੈ, ਚਿੱਤ ਦੇ ਵਿੱਚ ਇੱਕ ਲਿਵ ਲਾਉਂਦਾ ਹੈ, ਭਾਵ ਆਪਣੇ ਚਿੱਤ ਦੇ ਵਿੱਚ ਇਕਾਗਰ ਹੋ ਜਾਂਦਾ ਹੈ। ਲਿਵ ਦਾ ਮਤਲਬ ਲਗਾਤਾਰ ਇੱਕ ਪ੍ਰਭੂ ਦੇ ਵਿੱਚ ਇੱਕ ਰਸ ਜੁੜੇ ਰਹਿਣਾ, ਜਿਹਨੂੰ ਅਸੀਂ ਸਮਾਧੀ ਕਹਿ ਲਈਏ, ਜਿਹਨੂੰ ਅਸੀਂ ਲਿਵ ਕਹਿ ਲਈਏ, ਜਿਹਨੂੰ ਅਸੀਂ ਇਕਾਗਰਤਾ ਕਹਿ ਲਈਏ, ਭਾਵ ਜਿੱਥੇ ਇੱਕ ਹੀ ਰਹਿ ਜਾਏ ਦੂਸਰਾ ਹੋਵੇ ਨਾ, ਉਹ ਵਾਲੀ ਲਿਵ। ਇੱਕ ਲਿਵ ਉਹ ਹੈ ਜਿਹੜੀ ਅਸੀਂ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬੱਚੇ ਨੇ ਆਵਾਜ਼ ਦਿੱਤੀ, ਅਸੀਂ ਇੱਕੋ ਦਮ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੈਂ ਗੁਰਬਾਣੀ ਦਾ ਪਾਠ ਕਰ ਰਿਹਾ, ਮੇਰੀ ਲਿਵ ਟੁੱਟ ਗਈ। ਭਾਂਡੇ ਖੜਕੇ ਤਾਂ ਅਸੀਂ ਡਿਸਟਰਬ ਹੋ ਗਏ, ਕੋਈ ਦਰਵਾਜ਼ੇ ਤੇ ਆ ਗਿਆ ਤਾਂ ਡਿਸਟਰਬ ਹੋ ਗਏ। ਇੱਕ ਲਿਵ ਮੈਨੇ ਇਕਾਗਰਤਾ, ਇਕਾਗਰਤਾ ਮੈਨੇ ਜਿੱਥੇ ਇੱਕ ਰਹਿ ਜਾਏ ਦੂਸਰਾ ਰਵੇ ਹੀ ਨਾ, ਕੋਈ ਇੱਕ ਹੀ ਹੋ ਜਾਏ, ਉਹ ਵਾਲੀ ਲਿਵ ਜਿਹੜੀ ਲਿਵ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਲਗਾਈ ਸੀ। ਸੀਸ ਦੇ ਉੱਪਰ ਰੇਤ ਦੇ ਗਰਮ ਕੜਛੇ ਵੀ ਪੈਂਦੇ ਨੇ, ਤੱਤੀ ਤਵੀ ਤੇ ਵੀ ਬਿਰਾਜਮਾਨ ਨੇ, ਪਰ ਉਹ ਲਿਵ ਟੁੱਟਦੀ ਨਹੀਂ ਹੈ। ਉਹ ਵਾਲੀ ਲਿਵ, ਉਹ ਵਾਲੀ ਇਕਾਗਰਤਾ, ਇਕਾਗਰਤਾ ਮੈਨੇ ਜਿੱਥੇ ਇੱਕ ਹੀ ਰਹਿ ਜਾਏ। ਇੱਕ ਚਿੱਤੈ ਲਿਵ ਲਾਵੈ, ਚਿੱਤ ਦੇ ਵਿੱਚ ਇੱਕ ਲਿਵ ਜੁੜ ਗਈ, ਭਾਵ ਇਕਾਗਰਤਾ ਬਣ ਗਈ। ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨਾ ਤਾਵੈ, ਨਿਰੰਕਾਰ ਕੈ ਵਸੈ ਦੇਸ, ਹੁਕਮ ਤੁਝ ਵਿਚਾਰ ਪਾਵੈ। ਭੱਟ ਭਿਖਾ ਜੀ ਆਖਦੇ ਨੇ ਕਾਮ ਕ੍ਰੋਧ ਵਸ ਕਰੈ। ਇੱਥੇ ਕਾਮ ਇੱਕ ਵਚਨ ਪੁਲਿੰਗ ਸ਼ਬਦ ਹੈ, ਕ੍ਰੋਧ ਵੀ ਇੱਕ ਵਚਨ ਪੁਲਿੰਗ ਸ਼ਬਦ ਹੈ, ਪਰ ਦੋਨਾਂ ਦੇ ਆਖਰੀ ਅੱਖਰ ਨੂੰ ਔਂਕੜ ਨਹੀਂ ਆਈ। ਕਿਉਂ? ਕਿਉਂਕਿ ਨਾਲ ਲੁਪਤ ਸੰਬੰਧਕ ਆ ਗਿਆ, ਕਾਮ ਨੂੰ ਕ੍ਰੋਧ ਨੂੰ ਵਸ ਕਰੈ, ਵਸ ਸਿਹਾਰੀ ਵਸ ਵਿੱਚ ਕਰੀ ਰੱਖਦਾ ਹੈ, ਕਰਦਾ ਹੈ। ਇੱਕ ਵਚਨ ਪੁਲਿੰਗ ਕਿਰਿਆ ਹੋਣ ਕਰਕੇ ਕਰੈ ਲਫ਼ਜ਼ ਆ ਗਿਆ, ਕਰੈ ਨਹੀਂ, ਬਹੁਤੇ ਕਰੈ ਨਹੀਂ, ਕਰੈ। ਗੁਰੂ ਅਮਰਦਾਸ ਪਾਤਸ਼ਾਹ ਬਾਰੇ ਇਹ ਜ਼ਿਕਰ ਕਰ ਰਹੇ ਨੇ ਭੱਟ ਭਿਖਾ ਜੀ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਕਾਮ ਨੂੰ ਤੇ ਕ੍ਰੋਧ ਨੂੰ ਆਪਣੇ ਵਸ ਵਿੱਚ ਕਰੀ ਰੱਖਦੇ ਹਨ। ਪਵਨ ਉਡੰਤ ਨਾ ਤਾਵੈ, ਪਵਨ, ਪਵਨ ਮੈਨੇ ਚੰਚਲ ਮਨ ਜਿਹੜਾ ਹਵਾ ਦੀ ਤਰ੍ਹਾਂ ਕਦੀ ਖਲੋਂਦਾ ਨਹੀਂ, ਟਿਕਦਾ ਨਹੀਂ, ਹਰ ਪਲ ਲਗਾਤਾਰ ਚੱਲੀ ਚਲਾ ਜਾਂਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਮਨ ਨੂੰ ਪਵਨ ਵੀ ਕਿਹਾ ਹੈ, ਔਰ ਬਹੁਤ ਥਾਵਾਂ ਤੇ ਕਿਹਾ ਹੈ ਮਨ ਨੂੰ ਪਵਨ ਦੇ ਰੂਪ ਵਿੱਚ, ਬਹੁਤ ਥਾਵਾਂ ਦੇ ਉੱਪਰ ਇਹ ਸ਼ਬਦ ਵਰਤਿਆ ਸਤਿਗੁਰੂ ਪਾਤਸ਼ਾਹ ਨੇ। ਇਹ ਮਨ ਪਵਨ ਹੈ, ਭਾਵ ਚੰਚਲ ਹੈ। ਹਵਾ ਜਿਵੇਂ ਕਦੀ ਸਥਿਰ ਨਹੀਂ ਹੋ ਸਕਦੀ, ਹਰ ਪਲ ਰੁਮਕਦੀ ਹੈ, ਮਨ ਵੀ ਹਰ ਪਲ ਚੱਲਦਾ ਹੈ। ਮਨ ਮੈਨੇ ਵਿਚਾਰਾਂ ਦਾ ਸੰਗ੍ਰਹਿ। ਮਨੋਵਿਗਿਆਨੀ ਆਖਦੇ ਨੇ ਕਿ ਇੱਕ ਦਿਨ ਦੇ ਵਿੱਚ ਲਗਭਗ 60,000 ਵਿਚਾਰ ਮਨੁੱਖੀ ਦਿਮਾਗ ਵਿੱਚ ਆਉਂਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਮਨ। ਕਿਸੇ ਨੇ ਸਵਿਚ ਔਨ ਕੀਤਾ, ਉਹਦੀ ਆਵਾਜ਼ ਦਾ ਵਿਚਾਰ ਦਿਮਾਗ ਤੇ ਛਪ ਗਿਆ।
ਲਾਈਟ ਜਗੀ, ਰੋਸ਼ਨੀ ਫੈਲੀ, ਉਹ ਵਿਚਾਰ ਛਪ ਗਿਆ। ਕਿਸੇ ਪੰਛੀ ਨੇ ਆਵਾਜ਼ ਦਿੱਤੀ, ਉਹ ਵਿਚਾਰ ਛਪ ਗਿਆ। ਕਾਰ ਨੇ ਹੌਰਨ ਦਿੱਤਾ, ਉਹ ਵਿਚਾਰ। ਇਹ ਵਿਚਾਰਾਂ ਦਾ ਸੰਗ੍ਰਹਿ ਹੈ ਮਨ, ਔਰ ਹਰ ਪਲ ਬਦਲਦੇ ਨੇ ਵਿਚਾਰ, ਹਰ ਪਲ ਵਿਚਾਰ ਚੱਲ ਰਹੇ ਨੇ। ਬਹੁਤ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਸਮਾਧੀ ਵਿੱਚ, ਧਿਆਨ ਵਿੱਚ ਜੁੜਨ ਦੇ ਨਾਲ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਕੋਈ ਵਿਚਾਰ ਨਹੀਂ ਬਚਦਾ, ਔਰ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ। ਐਸਾ ਕਦੀ ਵੀ ਨਹੀਂ ਹੋ ਸਕਦਾ। ਮੰਨੋ ਇੱਕ ਸੈਕਿੰਡ ਦੇ ਲਈ ਉਹ ਪਲ ਆ ਗਿਆ ਜਿੱਥੇ ਕੋਈ ਵਿਚਾਰ ਨਹੀਂ ਬਚਿਆ। ਹੁਣ ਇਹ ਵੀ ਤੇ ਆਪਣੇ ਆਪ ਵਿੱਚ ਇੱਕ ਵਿਚਾਰ ਹੀ ਹੈ ਨਾ ਕਿ ਹੁਣ ਕੋਈ ਵਿਚਾਰ ਨਹੀਂ ਬਚਿਆ, ਇਹ ਵੀ ਤੇ ਵਿਚਾਰ ਹੈ। ਐਸਾ ਕਦੀ ਨਹੀਂ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਕਿਤੇ ਵੀ ਵਿਚਾਰਾਂ ਨੂੰ ਮਾਰਨ ਨੂੰ ਨਹੀਂ ਕਿਹਾ, ਵਿਚਾਰ ਬਦਲਣ ਨੂੰ ਕਿਹਾ ਹੈ ਕਿ ਆਪਣੀ ਮਨ ਦੀ ਮੱਤ ਦੇ ਵਿਚਾਰ ਛੱਡ ਦੇ ਤੇ ਗੁਰੂ ਦੀ ਮੱਤ ਦੇ ਵਿਚਾਰ ਲੈ। ਇਹ ਨਾ ਹੋਵੇ ਕਿ ਪੁੱਤਰ ਮਾਂ ਨੂੰ ਜਨਮ ਦੇਣ ਲੱਗ ਜਾਏ। ਪੁੱਤਰ ਹੈ ਮਨ, ਮਾਂ ਹੈ ਮਤ। ਭੈੜੇ ਮਨ ਵਿੱਚੋਂ ਭੈੜੀ ਮਤ ਜਨਮ ਨਾ ਲਵੇ। ਪਿਛਾਰੀ ਮਾਈ ਕਿ ਪੁੱਤਰ ਪਹਿਲਾਂ ਆ ਜਾਏ, ਮਾਂ ਬਾਅਦ ਵਿੱਚ। ਨਹੀਂ, ਕੁਦਰਤੀ ਹੋਣਾ ਚਾਹੀਦਾ ਮੈਂ ਕਿ ਮਾਂ ਪੁੱਤਰ ਨੂੰ ਜਨਮ ਦੇਵੇ, ਚੰਗੀ ਮਤ ਵਿੱਚੋਂ ਚੰਗਾ ਮਨ ਜਨਮ ਲਵੇ। ਉਹ ਕਿਵੇਂ ਹੋ ਸਕਦਾ ਹੈ? ਉੱਤਮ ਮਤ ਮੇਰੇ ਹਿਰਦੇ ਤੋਂ ਆਓ, ਤੇ ਗੁਰੂ ਦੀ ਸ੍ਰੇਸ਼ਟ ਮਤ ਤੂੰ ਮੇਰੇ ਹਿਰਦੇ ਚ ਆ। ਗੁਰ ਕੈ ਸ਼ਬਦ ਬਣਾਵੋ ਇਹ ਮਨ, ਗੁਰੂ ਦੇ ਸ਼ਬਦ ਵਿੱਚੋਂ ਮੈਂ ਮਨ ਨੂੰ ਬਣਾਵਾਂ। ਮੇਰਾ ਮਨ ਪੈਦਾ ਹੋਵੇ ਗੁਰੂ ਦੀ ਮਤ ਦੇ ਵਿੱਚੋਂ। ਗੁਰ ਕੈ ਸ਼ਬਦ ਬਣਾਵੋ ਇਹ ਮਨ, ਗੁਰ ਕਾ ਦਰਸ਼ਨ ਸੰਚੋ ਹਰ ਤਨ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਇਸੇ ਕਰਕੇ ਮਨ ਜਿਹੜਾ ਹੈ ਵਿਚਾਰਾਂ ਦਾ ਸੰਗ੍ਰਹਿ, ਇਹਨੂੰ ਉਨਮਨ ਕਰਨ ਦਾ ਭਾਵ ਵਿਕਾਰਾਂ ਵਾਲੇ ਵਿਚਾਰਾਂ ਵੱਲੋਂ ਮੋੜ ਕੇ ਗੁਰੂ ਵਾਲੇ ਵਿਚਾਰਾਂ ਵਾਲਾ ਬਣਾ ਦੇਣਾ, ਇਹ ਹੈ ਉਨਮਨ ਅਵਸਥਾ। ਗੁਰੂ ਵਾਲੇ ਵਿਚਾਰ ਜਦੋਂ ਪੈਦਾ ਹੋ ਜਾਂਦੇ ਨੇ ਉਦੋਂ ਮਨ ਗੁਰਮਤ ਵਾਲਾ ਹੋ ਜਾਂਦਾ ਹੈ। ਤੇ ਪਵਨ ਉਡੰਤ ਨਾ ਧਾਵੈ, ਇਹ ਪਵਨ ਚੰਚਲ ਬਿਰਤੀ ਵਾਲਾ, ਉੱਡਦਾ ਜਾਂਦਾ ਹੈ ਔਰ ਟਿਕਦਾ ਨਹੀਂ ਹੈ। ਉਡੰਤ ਨਾ ਧਾਵੈ, ਨਾ ਜਿਹੜਾ ਦਿੱਲੀ ਦੀਪਕ ਹੈ ਦੋਨੋਂ ਪਾਸੇ ਚਲੇਗਾ। ਹੁਣ ਕੀ ਹੁੰਦਾ ਵਾ? ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਜਦੋਂ ਕਾਮ ਨੂੰ, ਕ੍ਰੋਧ ਨੂੰ ਬਸ ਚ ਕਰ ਲਿਆ, ਉਹਨਾਂ ਦਾ ਪਵਨ ਮਨ ਉਡੰਤ ਨਾ, ਉੱਡਦਾ ਨਹੀਂ ਹੈ, ਭੱਜਦਾ ਨਹੀਂ ਹੈ। ਨਾ ਧਾਵੇ, ਦੌੜਦਾ ਵੀ ਕਿਤੇ ਨਹੀਂ ਹੈ, ਨਾ ਭਟਕਦਾ ਤੇ ਨਾ ਦੌੜਦਾ। ਨਾ ਦਿੱਲੀ ਦੀਪਕ, ਆਪ ਸਮਝਦੇ ਹੋ ਕਿ ਦੋ ਕਮਰਿਆਂ ਦੇ ਵਿਚਕਾਰ ਦੀਵਾ ਰੱਖਦੇ ਕੋਈ ਦਰਵਾਜ਼ੇ ਵਿੱਚ, ਉਹ ਦੋਨੋਂ ਕਮਰਿਆਂ ਨੂੰ ਰੋਸ਼ਨੀ ਦਿੰਦਾ ਹੈ। ਨਾ ਸ਼ਬਦ ਦਿੱਲੀ ਦੀਪਕ ਹੈ, ਉਡੰਤ ਨੂੰ ਵੀ ਆਪਣੇ ਅਰਥ ਦੇ ਰਿਹਾ ਤੇ ਧਾਵੇ ਨੂੰ ਵੀ ਆਪਣੇ ਅਰਥ ਦੇ ਰਿਹਾ। ਉਡੰਤ ਨਾ ਧਾਵੇ, ਉੱਡਦਾ ਨਹੀਂ, ਨਾ ਹੀ ਧਾਵੇ ਮੈਨੇ ਭਟਕਦਾ ਹੈ, ਦੌੜਦਾ ਹੈ। ਨਾ ਦੌੜਦਾ ਹੈ ਨਾ ਭਟਕਦਾ ਹੈ, ਮਨ ਟਿਕ ਗਿਆ। ਪਰ ਇਹਨੂੰ ਪਵਨ ਜਿਹੜੀ ਸੀ, ਪਵਨ ਸਮਝ ਲਓ ਸਥਿਰ ਹੋ ਗਈ, ਜਿਹੜਾ ਮਨ ਟਿਕਦਾ ਨਹੀਂ ਸੀ। ਮਨ ਤੇ ਇੰਨਾ ਚੰਚਲ ਹੈ। ਮੈਂ ਛੋਟੀ ਜਿਹੀ ਇੱਥੇ ਵਿਚਾਰ ਦੱਸਦੇ ਹਾਂ ਕਿ ਪਲ ਪਲ ਦੌੜਦਾ ਹੈ। ਇੱਕ ਪਲ ਕੁਛ ਹੈ, ਅਗਲੇ ਪਲ ਵਿਚਾਰ ਕੁਛ ਹੈ। ਭੋਜਨ ਕਰ ਰਿਹਾ, ਮਨ ਨੇ ਆਵਾਜ਼ ਦੇ ਦਿੱਤੀ, ਬਸ ਰੱਜ ਗਿਆ। ਅਜੇ ਮਨ ਕਹਿ ਹੀ ਰਿਹਾ ਰੱਜ ਗਿਆ, ਅਗਲੇ ਪਲ ਮਨ ਆਖਦਾ ਵੀ ਇੰਨਾ ਸਵਾਦ ਭੋਜਨ ਥੋੜਾ ਹੋਰ ਖਾਧਾ ਜਾ ਸਕਦਾ ਹੈ। ਖਾਣ ਲੱਗਦਾ, ਮਨ ਫਿਰ ਵਿਚਾਰ ਦੇ ਦਿੰਦਾ, ਖਾ ਲੈ, ਡਾਕਟਰ ਨੇ ਮਿੱਠਾ ਮਨਾ ਕੀਤਾ, ਬਿਮਾਰ ਤੇ ਤੂੰ ਹੀ ਹੋਏਗਾ। ਪਲ ਪਲ ਬਦਲਦਾ। ਭੁੱਖ ਲੱਗੀ, ਮਨ ਨੇ ਕਹਿ ਦਿੱਤਾ, ਉਹ ਸਾਹਮਣੇ ਚੀਜ਼ ਪਈ, ਚੁੱਕ ਕੇ ਖਾ ਲੈ। ਖਾਣ ਲੱਗਿਆ, ਅਗਲੇ ਪਲ ਮਨ ਫਿਰ ਬਦਲ ਗਿਆ, ਵਿਚਾਰ ਫਿਰ ਬਦਲ ਗਿਆ। ਨਾ ਚੁੱਕਣਾ, ਉਹ ਚੀਜ਼ ਤੇਰੀ ਨਹੀਂ, ਚੋਰੀ ਮੰਨੀ ਜਾਏਗੀ। ਤੇਰਾ ਮਾਣ ਸਤਕਾਰ ਇੱਜ਼ਤ ਹੈ, ਲੋਕ ਕੀ ਕਹਿਣਗੇ? ਚੋਰ। ਹੱਥ ਪਿੱਛੇ ਖਿੱਚਣ ਲੱਗਿਆ ਮਨੁੱਖ, ਮਨ ਫਿਰ ਬਦਲ ਗਿਆ, ਆਖਦਾ ਚੁੱਕ ਲੈ, ਕਿਹੜਾ ਕੋਈ ਦੇਖਦਾ? ਚੋਰੀ ਤਾਂ ਜੇ ਫੜੀ ਜਾਏ, ਨਾ ਫੜੀ ਜਾਏ ਫਿਰ ਚੋਰੀ ਨਹੀਂ ਹੈ। ਫਿਰ ਚੁੱਕਣ ਲੱਗਦਾ, ਫਿਰ ਮਨ ਬਦਲ ਜਾਂਦਾ ਹੈ, ਆਖਦਾ ਚੁੱਕ ਲੈ, ਕੋਈ ਨਹੀਂ ਦੇਖਦਾ, ਪਰ ਤੈਨੂੰ ਤੇ ਪਤਾ ਨਾ ਤੂੰ ਚੋਰੀ ਕੀਤੀ। ਤੇ ਇਹ ਚੋਰੀ ਦਾ ਕੰਡਾ ਸਾਰੀ ਰਾਤ ਨੂੰ ਸੌਣ ਨਹੀਂ ਦੇਗਾ, ਚੁੱਭਦਾ ਰਹੇਗਾ ਸਾਰੀ ਜ਼ਿੰਦਗੀ, ਪਲ ਪਲ। ਇਸੇ ਕਰਕੇ ਇਹਨੂੰ ਪਵਨ ਕਹਿ ਦਿੱਤਾ, ਇਹਨੂੰ ਬਾਸ਼ਾ ਪੰਛੀ ਕਹਿ ਦਿੱਤਾ। ਵਸ ਆਣੇ ਵੇ ਜਨ ਇਸ ਮਨ ਕੋ, ਮਨ ਬਾਸ਼ੇ ਜਿਉ ਨਿਤ ਪਾਉਂਦੇ ਆ। ਕਬੀਰ ਮਨ ਪੰਖੀ ਪਿਆ ਉਡਦਾ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਹ ਮਨ ਜਿਹੋ ਜੀ ਸੰਗਤ ਚ ਬੈਠਦਾ ਉਹ ਚ ਫਲ ਖਾਈ ਚਲੇ ਜਾਂਦਾ ਹੈ। ਪੰਛੀ ਬਾਸ਼ਾ ਹੈ ਜਿਹੜਾ ਟਿਕਦਾ ਨਹੀਂ ਹੈ, ਜਿਹਦੇ ਤੇ ਨਿਸ਼ਾਨਾ ਲਗਾਉਣਾ ਔਖਾ ਹੈ। ਪਵਨ ਉਡੰਤ ਨਾ ਧਾਵੇ, ਪਰ ਹੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡਾ ਚੰਚਲ ਮਨ ਜਿਹੜਾ ਹੁਣ ਇਹ ਉੱਡਦਾ ਨਹੀਂ ਹੈ, ਦੌੜਦਾ ਨਹੀਂ ਹੈ, ਭਾਵ ਤੁਹਾਡਾ ਮਨ ਟਿਕ ਗਿਆ ਹੈ, ਸ਼ਬਦ ਦੇ ਵਿੱਚ ਜੁੜ ਗਿਆ ਹੈ, ਪ੍ਰਭੂ ਵਿੱਚ ਇੱਕ ਮਿਕ ਹੋ ਗਿਆ ਹੈ। ਕਿੱਥੇ ਟਿਕ ਗਿਆ? ਨਿਰੰਕਾਰ ਹੁਕਮ ਬੁਝ ਵਿਚਾਰ ਪਾਵੇ, ਇੰਨਾ ਟਿਕ ਗਿਆ। ਤੁਸੀਂ ਤੇ ਨਿਰੰਕਾਰ ਦੇ ਦੇਸ਼ ਵਿੱਚ ਟਿਕ ਗਏ ਹੋ। ਨਿਰੰਕਾਰ ਕੈ ਵਸੈ ਦੇਸ਼, ਵਸੈ ਇਹ ਇੱਕ ਵਚਨੀ ਕਿਰਿਆ ਹੋਣ ਕਰਕੇ
ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਨਿਰੰਕਾਰ ਦੇ ਦੇਸ਼ ਵਿੱਚ ਵਸ ਗਏ ਹਨ। ਦੇਸ਼ ਦੇ ਸੱਸੇ ਨੂੰ ਸਿਹਾਰੀ ਲੱਗ ਗਈ, ਭਾਵ ਦੇਸ਼ ਵਿੱਚ, ਨਿਰੰਕਾਰ ਦੇ ਦੇਸ਼ ਵਿੱਚ। ਨਿਰੰਕਾਰ ਮੈਨੇ ਜਿੱਥੇ ਕੋਈ ਆਕਾਰ ਨਹੀਂ, ਰੂਪ ਰੇਖ ਰੰਗ ਆਕਾਰ ਨਹੀਂ, ਜਿੱਥੇ ਰਜੋ ਤਮੋ ਸਤੋ ਕੋਈ ਗੁਣ ਨਹੀਂ, ਨਿਰਗੁਣ ਅਵਸਥਾ, ਭਾਵ ਰਜੋ ਤਮੋ ਸਤੋ ਗੁਣ ਤੋਂ ਉੱਚੇ ਉੱਠ ਕੇ ਨਿਰਆਕਾਰ ਨਿਰਗੁਣ ਸਰੂਪ ਦੇ ਵਿੱਚ ਟਿਕ ਗਏ ਹੋ ਤੁਸੀਂ। ਨਿਰੰਕਾਰ ਦੇ ਦੇਸ਼ ਵਿੱਚ ਵਸ ਗਏ, ਜਿੱਥੇ ਰੂਪ ਰੇਖ ਰੰਗ ਆਕਾਰ ਦਾ ਤੁਹਾਡੇ ਉੱਪਰ ਕੋਈ ਲੇਸ਼ ਮਾਤਰ ਵੀ ਅਸਰ ਨਹੀਂ ਹੈ। ਸੰਸਾਰ ਦਾ ਤੁਹਾਡੇ ਤੇ ਲੇਸ਼ ਮਾਤਰ ਅਸਰ ਨਹੀਂ ਹੈ। ਦੁਨੀਆ ਜਿਹੜੀ ਰਜੋ ਤਮੋ ਸਤੋ ਗੁਣ ਤੋਂ ਬਣੀ ਆਕਾਰ ਵਾਲੀ, ਉਹਦਾ ਤੁਹਾਡੇ ਤੇ ਅਸਰ ਨਹੀਂ। ਤੁਸੀਂ ਨਿਰਆਕਾਰ ਵਿੱਚ ਅਭੇਦ ਹੋ ਗਏ, ਨਿਰੰਕਾਰ ਦੇ ਦੇਸ਼ ਵਿੱਚ ਚਲੇ ਗਏ। ਨਿਰੰਕਾਰ ਮੈਨੇ ਪ੍ਰਭੂ ਦੇ ਦੇਸ਼ ਵਿੱਚ ਪ੍ਰਵਾਨ ਹੋ ਗਏ। ਨਿਰੰਕਾਰ ਕਹਿ ਵਸਿਆ ਦੇਸ਼, ਹੁਕਮ ਬੁੱਝ ਵਿਚਾਰ ਪਾਵੇ। ਤੁਸੀਂ ਹੁਕਮ ਨੂੰ ਬੁੱਝ ਲਿਆ, ਮੈਨੇ ਪਛਾਣ ਲਿਆ। ਪਿੱਛੇ ਅਸੀਂ ਵਿਚਾਰ ਕਰ ਚੁੱਕੇ ਹਾਂ, ਹੁਕਮ ਮੈਨੇ ਨਿਯਮ, ਰੱਬ ਦੇ ਨਿਯਮ, ਉਸ ਪ੍ਰਭੂ ਦੇ ਨਿਯਮਾਂ ਨੂੰ ਬੁੱਝ ਕੇ, ਨਿਯਮ ਨੂੰ ਬੁੱਝ ਕੇ, ਹੁਕਮ ਦੇ ਮੈਨੂੰ ਔਂਕੜਾ ਇੱਕ ਹੁਕਮ, ਭਾਵ ਪ੍ਰਭੂ ਦਾ ਹੁਕਮ ਪਛਾਣ ਕੇ, ਉਹਦੀ ਰਜ਼ਾ, ਉਹਦਾ ਭਾਣਾ, ਉਹਦਾ ਨਿਯਮ, ਬੁੱਝ ਦੇ ਚੱਜੇ ਨੂੰ ਸਿਹਾਰੀ ਆ ਗਈ, ਬੁੱਝ ਕੇ, ਪਛਾਣ ਕੇ, ਉਸ ਪ੍ਰਭੂ ਦਾ ਨਿਯਮ, ਉਹਦੀ ਰਜ਼ਾ ਨੂੰ ਪਛਾਣ ਕੇ ਵਿਚਾਰ ਪਾਵੇ। ਵਿਚਾਰ ਦੇ ਵਿਰਾਰੇ ਨੂੰ ਔਂਕੜਾ, ਭਾਵ ਗਿਆਨ, ਗਿਆਨ ਪਾਵੇ ਮੈਨੇ ਪਾਉਂਦੇ ਹੋ, ਪ੍ਰਾਪਤ ਕੀਤਾ ਹੈ। ਪ੍ਰਭੂ ਦੇ ਹੁਕਮ ਨੂੰ ਪਛਾਣ ਕੇ ਤੁਸੀਂ ਗਿਆਨ ਪ੍ਰਾਪਤ ਕੀਤਾ ਹੈ। ਪ੍ਰਭੂ ਦਾ ਹੁਕਮ ਪਛਾਣ ਕੇ ਗਿਆਨ ਪ੍ਰਾਪਤ ਕੀਤਾ ਹੈ। ਕਲ ਮਾਹੇ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ, ਗੁਰ ਮਿਲਿਓ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਕਲ ਮਾਹੇ ਰੂਪ ਕਰਤਾ ਪੁਰਖ, ਕਲ ਲੱਲੇ ਨੂੰ ਸਿਹਾਰੀ, ਜਦੋਂ ਕਲ ਦੇ ਵਿੱਚ ਦੀ ਗੱਲ ਆਏਗੀ, ਕਲਯੁਗ ਵਿੱਚ, ਉਦੋਂ ਇੱਥੇ ਲੱਲੇ ਨੂੰ ਸਿਹਾਰੀ ਨਾਲ ਹੀ ਇਹ ਸ਼ਬਦ ਆਏਗਾ। ਤੇ ਕਈ ਥਾਵਾਂ ਤੇ ਕੱਕਾ ਲੱਲਾ ਕਲ, ਉਹ ਜਿਹੜਾ ਕਲਾ ਵਾਸਤੇ ਵੀ ਆਉਂਦਾ ਹੈ, ਭੱਟ ਕਲ ਸਹਾਰ ਵਾਸਤੇ ਵੀ ਆਉਂਦਾ ਹੈ, ਪਰ ਇੱਥੇ ਕਲ ਲੱਲੇ ਨੂੰ ਸਿਹਾਰੀ ਦੇ ਨਾਲ ਕਲਯੁਗ, ਮਾਹੇ ਮੈਨੇ ਵਿੱਚ, ਕਲਯੁਗ ਮੈਨੇ ਚੱਲ ਰਹੇ ਸਮੇਂ ਵਿੱਚ, ਜਿਹੜਾ ਸਮਾਂ ਚੱਲ ਰਿਹਾ ਹੈ। ਰੂਪ, ਪੱਪੇ ਨੂੰ ਔਂਕੜ ਆ ਗਈ, ਕਰਤਾ ਪੁਰਖ, ਹੁਣ ਰੂਪ ਤੇ ਕਰਤਾ ਪੁਰਖ ਇੱਕ ਵਚਨ ਪੁਲਿੰਗ ਨਾਉ ਤੇ, ਹੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਸੀਂ ਕਰਤਾ ਪੁਰਖ ਰੂਪ ਹੋ, ਤੁਸੀਂ ਕਰਤਾ ਪੁਰਖ ਹੋ। ਪੁਰਖ ਦੇ ਖੱਖੇ ਨੂੰ ਔਂਕੜ, ਇੱਥੇ ਇੱਕ ਪੁਰਖ ਦੀ ਗੱਲ, ਭਾਵ ਰਮਿਆ ਹੋਇਆ, ਹੇ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਸੀਂ ਕਰਤਾ ਪੁਰਖ ਹੋ। ਹੁਣ ਕਰਤਾ ਮੈਨੇ ਪੈਦਾ ਕਰਨ ਵਾਲਾ, ਤੇ ਪੁਰਖ ਮੈਨੇ ਵਿਆਪਿਆ ਹੋਇਆ, ਜਿਹੜਾ ਸਾਰਿਆਂ ਵਿੱਚ ਵਿਆਪ ਰਿਹਾ ਹੈ, ਕਰਤਾ ਪੁਰਖ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਕਰਤਾ ਪੁਰਖ ਕਿਵੇਂ ਹੋ ਸਕਦੇ ਨੇ? ਕਰਤਾ ਪੁਰਖ ਪੈਦਾ ਕਰਨ ਵਾਲਾ ਤੇ ਇੱਕ ਰੱਬ ਹੈ, ਪ੍ਰਭੂ ਹੈ, ਪਰ ਹੋ ਸਕਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਵੀ ਕਰਤਾ ਪੁਰਖ ਹੋ ਸਕਦੇ ਨੇ। ਪ੍ਰਭੂ ਦੀ ਖੋਜ ਪ੍ਰਭੂ ਹੋਣ ਦੀ ਖੋਜ ਹੈ, ਪ੍ਰਭੂ ਬਣਨਾ ਹੈ। ਜੇ ਪ੍ਰਭੂ ਕਰਤਾ ਪੁਰਖ ਹੈ ਤੇ ਇਹ ਜੀਵ ਤੂੰ ਵੀ ਕਰਤਾ ਪੁਰਖ ਹੋ, ਕਰਤਾ ਪੁਰਖ ਬਣ। ਪ੍ਰਭੂ ਕਰਤਾ ਹੈ, ਮੈਨੇ ਕੁੱਲ ਸੰਸਾਰ ਨੂੰ ਬਣਾਉਣ ਵਾਲਾ ਹੈ। ਅਸੀਂ ਵੀ ਕਰਤਾ ਹੋ ਜਾਈਏ। ਅਸੀਂ ਕਿਵੇਂ ਕਰਤਾ ਹੋ ਸਕਦੇ ਹਾਂ? ਮੰਨੋ ਜੇ ਕੋਈ ਡਾਕਟਰ ਹੈ, ਕਿਸੇ ਗਰੀਬ ਦਾ ਫ੍ਰੀ ਇਲਾਜ ਕਰ ਦੇਵੇ, ਉਹ ਕਰਤਾ ਹੋ ਸਕਦਾ ਹੈ, ਸਮਾਜ ਨੂੰ ਕੁਝ ਦੇ ਚੱਲਿਆ ਹੋ। ਕੋਈ ਇੰਜੀਨੀਅਰ ਹੈ, ਕਿਸੇ ਗਰੀਬ ਦਾ ਘਰ ਬਣਾ ਦੇਵੇ, ਉਹ ਕਰਤਾ ਹੋ ਜਾਏਗਾ। ਕੋਈ ਟੀਚਰ ਹੈ, ਕਿਸੇ ਨੂੰ ਮੁਫਤ ਗਿਆਨ ਵੰਡ ਦੇਵੇ, ਉਹ ਕਰਤਾ ਹੋ ਜਾਏਗਾ। ਕੁਝ ਕਰਕੇ ਜਾਵੇ ਸਮਾਜ ਲਈ, ਤੇ ਜਿਹੜਾ ਕਰਨ ਵਾਲਾ ਹੈ ਉਹ ਕਰਤਾ ਹੋ ਜਾਂਦਾ ਹੈ। ਤੇ ਕਰਤਾ ਦੇ ਨਾਲ ਨਾਲ ਪੁਰਖ ਵੀ ਹੋ ਜਾਂਦਾ ਹੈ। ਸਰੀਰ ਚਲੇ ਜਾਂਦੇ ਨੇ, ਪੁਰਖ ਮੈਨੇ ਸਮਾ ਜਾਂਦਾ ਹੈ, ਫਿਰ ਲੋਕ ਉਹਦੀ ਕਿਰਤ ਨੂੰ ਦੇਖ ਕੇ ਉਹਨੂੰ ਯਾਦ ਕਰਦੇ ਨੇ, ਉਹ ਆਪਣੀ ਕਿਰਤ ਦੇ ਰੂਪ ਚ ਅਮਰ ਹੋ ਜਾਂਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਕਰਤਾ ਪੁਰਖ ਨੇ। ਕਿਵੇਂ ਕਰਤਾ ਪੁਰਖ ਨੇ? ਬੰਦੇ ਦੀ ਉਮਰ 40 ਸਾਲ ਤੱਕ ਜੇ ਚਾਹੇ ਤੇ ਉਹ ਘਰ ਬਣਾ ਸਕਦਾ ਆਪਣਾ। 40 ਸਾਲ ਦੀ ਉਮਰ ਤੋਂ ਬਾਅਦ ਘਰ ਬਣਾਉਣਾ ਬਹੁਤ ਔਖਾ ਹੁੰਦਾ ਹੈ। ਤੇ 60 ਸਾਲ ਦੀ ਉਹ ਉਮਰ ਹੈ ਜਦੋਂ ਸਰਕਾਰ ਵੀ ਕਹਿ ਦਿੰਦੀ ਵੀ ਹੁਣ ਕੁਝ ਕਰਨ ਜੋਗਾ ਨਹੀਂ, ਇਹਨੂੰ ਹੁਣ ਰਿਟਾਇਰਮੈਂਟ ਦੇ ਦਿਓ, ਭਾਵੇਂ ਹੁਣ ਕੁਝ ਕਰਨ ਜੋਗਾ ਨਹੀਂ, ਸਾਡੇ ਕੰਮੋਂ ਵੀ ਗਿਆ ਹੈ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਹੜੇ 72 ਸਾਲ ਦੀ ਉਮਰ ਵਿੱਚ ਪੂਰੀ ਕੌਮ ਦੀ ਜ਼ਿੰਮੇਵਾਰੀ ਦੀ ਪੰਡ ਸਿਰ ਤੇ ਰੱਖ ਕੇ ਕਾਰਜ ਕਰ ਰਹੇ ਨੇ, ਉਹ ਕਰਤਾ ਪੁਰਖ ਨੇ, ਕੁਝ ਕਰ ਰਹੇ ਨੇ। 60 ਸਾਲ ਦੀ ਉਮਰ ਤੋਂ ਬਾਅਦ ਘਰ ਬਣਾਉਣਾ ਔਖਾ ਹੋ ਜਾਂਦਾ ਹੈ, ਤੇ ਬੇਰੁਜ਼ਗਾਰਾਂ ਨੂੰ ਦੁਕਾਨਾਂ ਬਣਾ ਕੇ ਦੇ ਰਹੇ ਨੇ, ਉਹਨਾਂ 'ਚ ਸਮਾਨ ਪਾ ਕੇ ਦੇ ਰਹੇ ਨੇ।
ਜਾਤ ਪਾਤ ਨੂੰ ਖਤਮ ਕਰਨ ਲਈ ਤੇ ਪਾਣੀ ਦੀ ਕਿੱਲਤ ਦੂਰ ਕਰਨ ਦੇ ਲਈ ਬੋਲੀ ਦੀ ਖੁਦਵਾਈ ਕਰਵਾ ਰਹੇ ਨੇ, ਬੋਲੀ ਸਾਹਿਬ ਉਸਾਰ ਰਹੇ ਨੇ। ਗੁਰੂ ਅਮਰਦਾਸ ਪਾਤਸ਼ਾਹ ਕਰਤਾ ਨੇ, ਕੁਝ ਕਰ ਰਹੇ ਨੇ, ਸਮਾਜ ਲਈ ਕੁਝ ਕਰਕੇ ਗਏ ਨੇ। ਇਹੀ ਕਾਰਨ ਅੱਜ ਉਹ ਪੁਰਖ ਮੈਨੇ ਸਮਾਏ ਹੋਏ ਨੇ, ਅਮਰ ਨੇ, ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ। ਉਹ ਗਏ ਨਹੀਂ ਹਨ, ਕਰਤਾ ਹੋ ਕੇ ਪੁਰਖ ਵਿੱਚ ਹੀ ਸਮਾ ਗਏ ਆਪਣੀ ਕਿਰਤ ਦੇ, ਆਪਣੇ ਗਿਆਨ ਨੂੰ ਸਾਨੂੰ ਇੰਨੀ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਪਾ ਗਏ, ਪੁਰਖ ਹੋ ਗਏ, ਬਾਣੀ ਦੇ ਵਿੱਚ ਹੀ ਸਮਾ ਗਏ। ਉਹ ਕਰਤਾ ਪੁਰਖ ਨੇ। ਦੁਨੀਆ ਦਾ ਸਭ ਤੋਂ ਮੂਰਖਤਾਪੂਰਨ ਕੰਮ ਪਤਾ ਕਿਹੜਾ ਹੈ? ਆਪਣਾ ਜਨਮ ਦਿਨ ਆਪ ਮਨਾਉਣਾ। ਕਿਉਂ? ਕਿਉਂਕਿ ਪਤਾ ਵੀ ਮੇਰੇ ਤੋਂ ਬਿਨਾ, ਮੇਰੇ ਤੋਂ ਬਾਅਦ ਕਿਸੇ ਨੇ ਮੇਰਾ ਜਨਮ ਦਿਨ ਮਨਾਉਣਾ ਨਹੀਂ ਹੈ। ਚਲੋ ਆਪਣਾ ਜਨਮ ਦਿਨ ਆਪ ਮਨਾ ਜਾਓ। ਆਪਣਾ ਜਨਮ ਦਿਨ ਆਪ ਮਨਾਉਣਾ ਇਸ ਗੱਲ ਦਾ ਸਬੂਤ ਹੈ ਕਿ ਮੈਂ ਦੁਨੀਆ ਲਈ ਕੋਈ ਚੰਗਾ ਕੰਮ ਨਹੀਂ ਕਰਕੇ ਚੱਲਿਆ, ਸਮਾਜ ਦੇ ਭਲੇ ਲਈ ਕੋਈ ਚੰਗਾ ਕੰਮ ਨਹੀਂ ਕਰਕੇ ਚੱਲਿਆ, ਲੋਕਾਂ ਨੇ ਮੈਨੂੰ ਯਾਦ ਨਹੀਂ ਕਰਨਾ, ਚਲੋ ਆਪਣਾ ਜਨਮ ਦਿਨ ਆਪ ਮਨਾ ਜਾਵਾਂ। ਇਹ ਮਨੁੱਖ ਤੂੰ ਕਰਤਾ ਪੁਰਖ ਹੋ, ਇਹੋ ਜਿਹਾ ਕੰਮ ਕਰਕੇ ਜਾ, ਲੋਕ ਯਾਦ ਕਰਨ। ਤੂੰ ਜਿਹੜਾ ਕੰਮ ਕਰਕੇ ਜਾਵੇਂ, ਸਰੀਰ ਤੇਰਾ ਨਾ ਰਹੇ ਪਰ ਤੇਰੇ ਕੰਮ ਦੇ ਵਿੱਚੋਂ ਤੇਰੀ ਯਾਦ ਬਣ ਜਾਏ, ਤੂੰ ਉਸੇ ਆਪਣੀ ਕਿਰਤ ਦੇ ਵਿੱਚ ਸਮਾ ਜਾਏ, ਪੁਰਖ ਵੀ ਹੋ ਜਾਏ, ਆਪਣੇ ਕਾਰਜ ਵਿੱਚ ਸਮਾ ਜਾਏ। ਮੰਨ ਲਓ ਜਿਵੇਂ ਐਡੀਸਨ ਨੇ ਬਲਬ ਬਣਾਇਆ, ਉਹ ਕਰਤਾ ਹੈ, ਸਮਾਜ ਦੇ ਲਈ ਕੁਝ ਕਰਕੇ ਗਿਆ, ਸਾਡੇ ਰਾਤਾਂ ਦੇ ਹਨੇਰੇ ਦੂਰ ਕਰ ਗਿਆ, ਉਹਦਾ ਸਰੀਰ ਤੇ ਚਲਾ ਗਿਆ, ਪਰ ਜਗਦੇ ਬਲਬ ਨੂੰ ਦੇਖ ਕੇ ਜਿੰਨਾ ਚਿਰ ਦੁਨੀਆ ਰਹੇਗੀ, ਬਲਬ ਨੂੰ ਦੇਖ ਕੇ ਲੋਕ ਐਡੀਸਨ ਨੂੰ ਯਾਦ ਕਰਦੇ ਰਹਿਣਗੇ ਕਿ ਥਾਮਸ ਅਲਵਾ ਐਡੀਸਨ ਨੇ ਇਹ ਬਲਬ ਬਣਾਇਆ ਸੀ। ਉਹ ਆਪਣੀ ਕਿਰਤ ਵਿੱਚ ਸਮਾ ਗਿਆ, ਪੁਰਖ ਵੀ ਹੋ ਗਿਆ। ਜਿਹਨੇ ਪ੍ਰਭੂ ਵਰਗਾ ਬਣਨਾ ਹੈ, ਉਹਨੂੰ ਉਹਦੇ ਅੰਦਰ ਪ੍ਰਭੂ ਵਾਲੇ ਗੁਣ ਵੀ ਹੋਣ। ਪ੍ਰਭੂ ਵਾਲੇ ਗੁਣ ਹੋਣਗੇ ਤੇ ਤਾਂ ਹੀ ਉਹ ਪ੍ਰਭੂ ਵਿੱਚ ਅਪੇਦ ਹੋਏਗਾ। हे ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਕਰਤਾ ਪੁਰਖ ਹੋ, ਸਮਾਜ ਲਈ ਕੁਝ ਕਰਕੇ ਗਏ ਹੋ, ਜਾਤ ਪਾਤ ਦੇ ਬੰਧਨ ਤੋੜਨ ਵਾਸਤੇ ਬੋਲੀ ਸਾਹਿਬ ਉਸਾਰ ਕੇ ਗਏ ਹੋ, ਬਾਲ ਵਿਆਹ ਬੰਦ ਕਰਕੇ ਗਏ ਹੋ, ਵਿਧਵਾ ਪੁਨਰ ਵਿਆਹ ਸ਼ੁਰੂ ਕਰਾ ਕੇ ਗਏ ਹੋ, ਸਤੀ ਪ੍ਰਥਾ ਬੰਦ ਕਰਵਾ ਕੇ ਗਏ ਹੋ। ਜਦੋਂ ਕਾਲ ਪਿਆ ਸੀ ਤੇ ਜ਼ਿਮੀਦਾਰਾਂ ਦੇ ਮਾਮਲੇ ਜਿਹੜੇ ਸੀ, ਅਕਬਰ ਬਾਦਸ਼ਾਹ ਨੂੰ ਕਹਿ ਕੇ ਮੁਆਫ ਕਰਾ ਕੇ ਗਏ ਹੋ। ਸਮਾਜ ਦੇ ਲਈ ਬਹੁਤ ਕੀਮਤੀ ਐਸੇ ਕਰਮ ਕਰਕੇ ਗਏ ਹੋ ਕਿ ਅੱਜ ਤੱਕ ਉਹ ਕਰਮਾਂ ਦੇ ਵਿੱਚ ਅਸੀਂ ਤੁਹਾਨੂੰ ਯਾਦ ਕਰਦੇ ਹਾਂ। ਕਹਿਣ ਤੋਂ ਭਾਵ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਰਤਾ ਪੁਰਖ ਨੇ, ਉਹ ਕਰਕੇ ਗਏ ਨੇ ਸਮਾਜ ਲਈ ਕੁਝ, ਤੇ ਰੱਬ ਦਾ ਰੂਪ ਅਭੇਦ ਨੇ ਉਹਦੇ ਵਿੱਚ। ਕੱਲ ਮਹਿ ਰੂਪ ਕਰਤਾ ਪੁਰਖ, ਸੋ ਜਾਣੈ ਜਿਨ ਕਿਛ ਕੀਓ, ਸੋ ਜਾਣੈ। ਇੱਥੇ ਸੋ ਮੈਨੇ ਅਕਾਲ ਪੁਰਖ ਪ੍ਰਭੂ, ਉਹ ਪ੍ਰਭੂ ਜਾਣਦਾ ਹੈ। ਜਿਨ ਕਿਛ ਕੀਓ, ਜਿਨ ਦੇ ਨੰਨੇ ਨੂੰ ਸਿਹਾਰੀ ਆ ਗਈ ਤੇ ਇੱਕ ਵਚਨੀ ਅਰਥ ਬਣ ਜਾਣਗੇ। ਜਿਨ ਕਿਛ ਕੀਓ, ਜਿਸ ਪ੍ਰਭੂ ਨੇ ਆ ਕੌਤਕ ਕੀਤਾ ਹੈ। ਆ ਕਿਛ ਮੈਨੇ ਆ ਜਿਹੜਾ ਕੌਤਕ, ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਰਤਾ ਪੁਰਖ ਰੂਪ ਵਿੱਚ ਬਣਾਉਣ ਵਾਲੇ ਉਸ ਅਕਾਲ ਪੁਰਖ ਨੇ ਜਿਹੜਾ ਕੌਤਕ ਕੀਤਾ ਹੈ, ਸੋ ਜਾਣੇ, ਉਹ ਜਾਣਦਾ ਹੈ। ਕਲ ਮਹਿ ਰੂਪ ਕਰਤਾ ਪੁਰਖ, ਕਲਯੁਗ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਕਰਤਾ ਪੁਰਖ ਰੂਪ ਹਨ। ਸੋ ਜਾਣੈ ਜਿਨ ਕਿਛ ਕੀਓ, ਉਹ ਕਰਤਾਰ ਪ੍ਰਭੂ ਹੀ ਜਾਣਦਾ ਹੈ ਜਿਨੇ ਇਹ ਅਚਰਜ ਕੌਤਕ ਕੀਤਾ ਹੈ। ਗੁਰ ਮਿਲਿਓ ਸੋਏ ਭਿਖਾ ਕਹੈ, ਸਹਿਜ ਰੰਗ ਦਰਸ਼ਨ ਦਿਓ। ਗੁਰ ਮਿਲਿਓ, ਮੈਨੂੰ ਉਹ ਗੁਰੂ ਮਿਲ ਪਿਆ ਹੈ। ਸੋਏ ਮੈਨੇ ਉਹ ਵਾਲਾ, ਮੈਨੂੰ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਮਿਲ ਗਏ ਹਨ। ਭਿਖਾ ਕਹੈ, ਭਟ ਭਿਖਾ ਜੀ ਗੱਲ ਆਖਦੇ ਹਨ। ਸਹਿਜ ਰੰਗ ਦਰਸ਼ਨ ਦਿਓ, ਜਿਨ੍ਹਾਂ ਨੇ ਸਹਿਜ ਅਡੋਲਤਾ ਦੇ ਵਿੱਚ, ਪੂਰਨ ਖੜਾਓ ਦੇ ਰੰਗ ਦੇ ਵਿੱਚ ਮੈਨੂੰ ਦਰਸ਼ਨ ਦਿੱਤਾ ਹੈ। ਰੰਗ ਦੇ ਗਗਨ ਸਿਆਰੀ ਮੈਨੇ ਰੰਗ ਵਿੱਚ, ਸਹਿਜ ਰੰਗ ਦਰਸ਼ਨ ਦਿਓ। ਦਰਸ਼ਨ ਦੇ ਨੰਨੇ ਨੂੰ ਔਂਕੜ ਆ ਗਈ, ਇੱਥੇ ਇੱਕ ਵਚਨ ਪੁਲਿੰਗ ਦਰਸ਼ਨ, ਭਾਵ ਜਿਸ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੈਨੂੰ ਦਰਸ਼ਨ ਦਿੱਤਾ ਹੈ। ਭਾਵ ਉਹ ਗੁਰੂ ਅਮਰਦਾਸ ਪਾਤਸ਼ਾਹ ਮੈਨੂੰ ਮਿਲ ਗਏ ਜਿਨ੍ਹਾਂ ਨੇ ਪੂਰਨ ਖੜਾਓ ਦੇ ਵਿੱਚ, ਪੂਰਨ ਰੰਗ ਦੇ ਵਿੱਚ ਮੈਨੂੰ ਦਰਸ਼ਨ ਦਿੱਤਾ ਹੈ। ਸੁਭਾਵਕ ਭਟ ਭਿਖਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰ ਚੁੱਕੇ ਨੇ ਤੇ ਉਹਨਾਂ ਨੇ ਉਹਨਾਂ ਦਰਸ਼ਨਾਂ ਦਾ ਜ਼ਿਕਰ ਵੀ ਆਪਣੇ ਸਵਈਏ ਵਿੱਚ ਕਰ ਦਿੱਤਾ। ਤੇ ਨਾਲ ਉਹਨਾਂ ਨੇ ਅਗਲੇ ਸਵਈਏ ਵਿੱਚ ਇਹ ਵੀ ਦੱਸ ਦਿੱਤਾ ਵੀ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਾਡੀ ਕੀ ਹਾਲਤ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਕੇ ਅੱਜ ਸਾਡੇ 'ਚ ਕੀ ਤਬਦੀਲੀ ਆਈ। ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਐ ਮੁਖੋਂ ਇਹ ਪੰਡਿਤ ਮਿੱਠੇ। ਰਹਿਓ ਸੰਤ ਹੋ ਟੋਲ, ਰਹਿਓ ਮੈਨੇ ਰਹਿ ਗਏ, ਥੱਕ ਗਏ। ਸੰਤ ਇੱਥੇ ਤੱਤੇ ਨੂੰ ਔਂਕੜ ਨਹੀਂ ਆਈ, ਬਹੁਤੇ ਸੰਤ, ਬੜਿਆਂ ਸੰਤਾਂ ਨੂੰ। ਹੋਂ ਟੋਲ, ਹੋਂ ਮੈਨੇ ਮੈਂ, ਟੋਲ ਦੇ ਲੱਲੇ ਨੂੰ ਸਿਹਾਰੀ ਲੱਗੀ ਹੈ। ਟੋਲ ਕੇ, ਲੱਭ ਕੇ, ਬੜਿਆਂ ਸੰਤਾਂ ਨੂੰ ਲੱਭ ਲੱਭ ਕੇ ਮੈਂ ਰਹਿ ਗਿਆ, ਥੱਕ ਗਿਆ।
ਭਾਲ ਭਾਲ ਕੇ ਥੱਕ ਗਿਆ। ਰਹਿਓ ਸੰਤ ਹੋ ਟੋਲ, ਗੁਰਬਾਣੀ ਵਿੱਚ ਰਹਿਓ ਦਾ ਬਹੁਤ ਥਾਵਾਂ ਤੇ ਅਰਥ ਰਹਿ ਗਿਆ, ਬਚ ਗਿਆ ਇਹ ਹੁੰਦਾ ਵੈ। ਜਿਵੇਂ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਭਾਵ ਮੈਂ ਸੁਰਗਾ ਨਰਕਾਂ ਤੋਂ ਬਚ ਗਿਆ, ਖਹਿੜਾ ਛੁੱਟ ਗਿਆ ਮੇਰਾ। ਇਸੇ ਤਰ੍ਹਾਂ ਟੋਲ ਰਹਿਓ ਮੈਨੇ ਥੱਕ ਰਿਹਾ, ਭਾਲ ਭਾਲ ਕੇ ਥੱਕ ਗਿਆ। ਰਹਿਓ ਸੰਤ ਹੋ ਟੋਲ, ਮੈਂ ਅਨੇਕਾਂ ਸੰਤਾਂ ਨੂੰ ਦੇਖ ਦੇਖ ਕੇ ਟੋਲ ਟੋਲ ਕੇ ਥੱਕ ਗਿਆ। ਸਾਧ ਬਹੁ ਤੇਰੇ ਡਿਠੇ, ਸਾਧ ਦੇ ਤਦੇ ਨੂੰ ਉੱਪਰ ਨਹੀਂ ਆਈ। ਇੱਥੇ ਬਹੁ ਵਚਨ ਸਾਧ ਦੀ ਗੱਲ ਹੈ। ਬਹੁਤ ਸਾਰੇ ਸਾਧਾਂ ਨੂੰ ਬਹੁ ਤੇਰੇ ਡਿਠੇ ਮੈਨੇ ਮੈਂ ਵੇਖੇ, ਮੈਂ ਬੜੇ ਸਾਧ ਵੀ ਵੇਖੇ, ਬੜਿਆਂ ਸੰਤਾਂ ਨੂੰ ਲੱਭਦਾ ਲੱਭਦਾ ਥੱਕ ਗਿਆ ਤੇ ਬੜੇ ਸਾਧ ਵੀ ਦੇਖ ਲਏ। ਸੰਨਿਆਸੀ ਤਪੱਸੀਆਂ, ਅਨੇਕਾਂ ਸੰਨਿਆਸੀ ਮੈਨੇ ਜਿਹੜੇ 75 ਸਾਲ ਦੀ ਉਮਰ ਤੋਂ ਬਾਅਦ ਆਪਣਾ ਘਰ-ਬਾਰ ਛੱਡ ਕੇ ਚਲੇ ਜਾਂਦੇ ਨੇ, ਕਿਉਂਕਿ ਸਨਾਤਨ ਦੀ ਇਹ ਰੀਤ ਹੈ। ਉਹਨਾਂ ਨੇ ਮਨੁੱਖ ਨੂੰ 4 ਆਸ਼ਰਮਾਂ ਵਿੱਚ ਵੰਡ ਦਿੱਤਾ। ਪਹਿਲੇ 25 ਸਾਲ ਦੀ ਉਮਰ ਬ੍ਰਹਮਚਰਜ, ਔਰ ਉਸ ਤੋਂ ਬਾਅਦ 26 ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਗ੍ਰਹਿਸਥ ਆਸ਼ਰਮ, ਕਿ ਉਹਨੇ ਵਿਆਹ ਕਰਾ ਲੈਣਾ। ਫਿਰ 53 ਸਾਲ ਦੀ ਉਮਰ ਤੋਂ ਲੈ ਕੇ 75 ਸਾਲ ਦੀ ਉਮਰ ਤੱਕ ਫਿਰ ਵਾਨਪ੍ਰਸਥ, ਮੈਨੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਜੰਗਲ ਜਾਣ ਦੀ ਤਿਆਰੀ। ਤੇ 76 ਸਾਲ ਦੀ ਉਮਰ ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਸੰਨਿਆਸ, ਬਿਲਕੁਲ ਸੰਸਾਰ ਛੱਡ ਕੇ ਜੰਗਲ ਪਹਾੜ ਚ ਹੀ ਰਹਿਣਾ। ਉਹਨਾਂ ਨੇ ਮੰਨ ਲਿਆ ਸੀ ਕਿ ਧਰਮ ਜਿਹੜਾ ਨਾ ਬਜ਼ੁਰਗਾਂ ਦਾ ਕੰਮ ਹੈ, ਜਿਹੜੀ ਜ਼ਿੰਦਗੀ ਜਿਉ ਚੁੱਕੇ ਨੇ, ਪਦਾਰਥ ਭੋਗ ਚੁੱਕੇ ਨੇ, ਸਾਰਾ ਕੁਝ ਕਰ ਚੁੱਕੇ ਨੇ, ਪਾਪ ਵਿਕਾਰ ਕਰ ਚੁੱਕੇ ਨੇ, ਹੁਣ ਬੁਢਾਪੇ ਚ ਜਾ ਕੇ ਤਾਂ ਰੱਬ ਵਾਲੇ ਪਾਸੇ ਚੱਲਣ 76 ਸਾਲ ਦੀ ਉਮਰ ਚ। ਸੱਚ ਤੇ ਉਦੋਂ ਚਾਹੀਦਾ ਸੀ ਨਾ ਜਦੋਂ ਦੁਕਾਨਦਾਰੀ ਕਰਨੀ ਸੀ, ਇਮਾਨਦਾਰੀ ਤੇ ਉਦੋਂ ਚਾਹੀਦੀ ਸੀ ਨਾ ਜਦੋਂ ਕਾਰੋਬਾਰ ਕਰਨਾ ਸੀ। ਕਾਰੋਬਾਰ ਕਰਦਿਆਂ, ਦੁਕਾਨਦਾਰੀ ਕਰਦਿਆਂ, ਪਰਿਵਾਰ ਪਾਲਦਿਆਂ ਉਦੋਂ ਤੇ ਗੁਣ ਧਾਰਨ ਨਹੀਂ ਕੀਤੇ। 76 ਸਾਲ ਦੀ ਉਮਰ ਤੋਂ ਬਾਅਦ ਧਰਮ ਚ ਪੈਰ ਰੱਖਿਆ ਤੇ ਕੀ ਰੱਖਿਆ? ਮਿੱਠਾ ਤੇ ਉਦੋਂ ਬੋਲਣਾ ਸੀ, ਕ੍ਰੋਧ ਤੇ ਉਦੋਂ ਛੱਡਣਾ ਸੀ ਜਦੋਂ ਆਪਣੇ ਮਾਤਾ ਪਿਤਾ ਨਾਲ, ਬੱਚਿਆਂ ਨਾਲ, ਪਰਿਵਾਰ ਨਾਲ ਰਹਿਣਾ ਸੀ। ਤੇ ਜਦੋਂ 76 ਸਾਲ ਦੀ ਉਮਰ ਤੋਂ ਬਾਅਦ ਧਰਮ ਵਾਲੇ ਪਾਸੇ ਤੁਰ ਪਏ, ਹੁਣ ਕ੍ਰੋਧ ਛੱਡਣ ਦਾ ਕੀ ਫਾਇਦਾ? ਹੁਣ ਮਿੱਠੀ ਜ਼ੁਬਾਨ ਦਾ, ਨਿਮਰਤਾ ਦਾ ਕੀ ਫਾਇਦਾ? ਜਦੋਂ ਲੋੜ ਸੀ। ਇਹੀ ਕਾਰਨ ਸਿੱਖੀ ਜਿਹੜਾ ਹੈ ਨਾ, ਉਹ ਬਚਪਨ ਤੋਂ ਧਰਮ ਹੈ। ਬਚਪਨ ਤੋਂ ਸਤਿਗੁਰੂ ਪਾਤਸ਼ਾਹ ਨੇ ਤਾਂ ਹੀ ਕਹਿ ਦਿੱਤਾ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਲਾਦ ਜਪਿਓ ਹਰ ਜੈਸੇ। ਜਿਵੇਂ ਧਰੁਵ ਤੇ ਪ੍ਰਹਲਾਦ ਬਚਪਨ ਚ ਜੁੜ ਗਏ, ਤੂੰ ਵੀ ਹੋਸ਼ ਸੰਭਾਲਦਿਆਂ ਜੁੜ ਜਾਈਂ, ਕਿਉਂਕਿ ਹੋਸ਼ ਸੰਭਾਲਦਿਆਂ ਤੋਂ ਹੀ ਇਹਨਾਂ ਗੁਣਾਂ ਦੀ ਲੋੜ ਹੈ। ਧਰਮ ਦੀ ਲੋੜ ਜਨਮ ਤੋਂ ਹੀ ਹੈ। ਹੋਸ਼ ਸੰਭਾਲਣ ਤੋਂ ਹੀ ਮਿੱਠਾ ਬੋਲ, ਨਿਮਰਤਾ ਵਿੱਚ ਰਹਿ, ਸੱਚ ਬੋਲ, ਇਮਾਨਦਾਰੀ ਦੀ ਜ਼ਿੰਦਗੀ ਨੂੰ ਬਤੀਤ ਕਰ, ਨਸ਼ਿਆਂ ਤੋਂ ਦੂਰ ਰਹਿ, ਵਿਕਾਰਾਂ ਤੋਂ ਦੂਰ ਰਹਿ, ਸੰਤੋਖ ਧਾਰਨ ਕਰ, ਪ੍ਰੇਮ ਧਾਰਨ ਕਰ। ਇਹਨਾਂ ਦੀ ਲੋੜ ਹੈ। ਤੇ ਉਹ ਭਾਗਾਂ ਵਾਲੇ ਨੇ ਜਿਹੜੇ ਹੋਸ਼ ਸੰਭਾਲਦੇ ਆ, ਧਰਮ ਦੀ ਦੁਨੀਆ 'ਚ ਕਦਮ ਰੱਖ ਲੈਂਦੇ ਨੇ। ਫਰੀਦਾ ਉਮਰ ਸੁਹਾਵੜੀ, ਸੰਗ ਸੁਵਨੜੀ ਦੇ, ਵਿਰਲੇ ਗਈ ਪਾਈਨ ਜਿਨ੍ਹਾਂ ਪਿਆਰੇ ਨੇ। ਭੱਟ ਭਿੱਖਾ ਜੀ ਆਖਦੇ, ਮੈਂ ਸੰਨਿਆਸੀਆਂ ਨੂੰ ਦੇਖਿਆ ਜਿਹੜੇ 76 ਸਾਲ ਦੀ ਉਮਰ ਤੋਂ ਬਾਅਦ ਜਿਨ੍ਹਾਂ ਨੇ ਧਰਮ ਦੀ ਦੁਨੀਆ 'ਚ ਪੈਰ ਰੱਖਿਆ। ਸੰਨਿਆਸੀ ਤਪੱਸੀਆਂ, ਪਰ 76 ਸਾਲ ਦੀ ਉਮਰ ਤੋਂ ਬਾਅਦ ਵੀ ਵਿਕਾਰਾਂ ਨੇ ਉਹਨਾਂ ਦਾ ਖਹਿੜਾ ਨਹੀਂ ਸੀ ਛੱਡਿਆ। ਤਪੱਸੀਆਂ ਮੈਨੇ ਤਪਸਵੀ ਲੋਕ ਜਿਹੜੇ ਤਪ ਕਰਦੇ ਨੇ। ਤਪ ਦਾ ਮਤਲਬ ਸਰੀਰ ਨੂੰ ਕਸ਼ਟ ਦੇਣਾ, ਪੁੱਠੇ ਲਟਕ ਜਾਣਾ, ਜਾਂ ਇੱਕ ਲੱਤ ਦੇ ਭਾਰ ਖਲੋ ਜਾਣਾ, ਪਾਣੀ 'ਚ ਇੱਕ ਲੱਤ ਦੇ ਭਾਰ ਖਲੋ ਜਾਣਾ, ਆਲੇ ਦੁਆਲੇ ਅੱਗ ਬਾਲ ਕੇ ਵਿਚਕਾਰ ਬੈਠ ਕੇ ਸਰੀਰ ਨੂੰ ਸਾੜਨਾ, ਕੰਡਿਆਂ ਦੇ ਉੱਪਰ ਚੌਂਕੜੇ ਲਾ ਲੈਣੇ, ਜਾਂ ਭੁੱਖੇ ਰਹਿਣਾ, ਵਰਤ ਰੱਖਣੇ। ਕਸ਼ਟ ਦੇਣ ਨੂੰ ਆਖਦੇ ਨੇ ਤਪ ਕਰਨਾ। ਤੇ ਉਹ ਜਿਹੜੇ ਤਪਸਵੀ ਸਨ, ਸਰੀਰ ਨੂੰ ਕਸ਼ਟ ਦੇ ਰਹੇ ਸਨ, ਜਿਹਨੂੰ ਗੁਰਬਾਣੀ ਨੇ ਬੜਾ ਸਪਸ਼ਟ ਕਹਿ ਦਿੱਤਾ ਕਿ ਸਰੀਰ ਤੇ ਰੱਬ ਦੀ ਨਿਆਮਤ ਹੈ, ਇਹਨੇ ਤੇਰਾ ਕੀ ਵਿਗਾੜਿਆ? ਤੈਨੂੰ ਖਤਮ ਕਰ ਰਿਹਾ ਮੈਂ, ਇਹਨੇ ਤੇਰਾ ਕੀ ਵਿਗਾੜਿਆ? ਇਸ ਕਰਕੇ ਤਨ ਨਾ ਤਪਾਏ ਤਨੂਰ ਜਿਉ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪ੍ਰੀ ਨਿਹਾਲ। ਇਹ ਤੇ ਰੱਬ ਦਾ ਸੋਹਣਾ ਘਰ ਹੈ, ਤੂੰ ਰੱਬ ਦੇ ਘਰ ਨੂੰ ਤੋੜ ਰਿਹਾ ਹੈ, ਤੂੰ ਰੱਬ ਦੇ ਘਰ ਨੂੰ ਅੱਗ ਲਾ ਕੇ ਸਾੜ ਰਿਹਾ ਹੈ। ਅੰਦਰ ਪ੍ਰੀ ਨਿਹਾਲ ਪੇਰੀ ਤੇ ਅੰਦਰ ਹੈ। ਸੰਨਿਆਸੀ ਤਪੱਸੀਆਂ, ਮੁੱਖੋਂ ਇਹ ਪੰਡਿਤ ਮਿੱਠੇ। ਪੰਡਿਤ ਮੈਨੇ ਵਿਦਵਾਨ। ਇਹ ਗੱਲ ਵੱਖਰੀ ਕਿ ਬ੍ਰਾਹਮਣ ਨੇ ਇਹ ਡਿਗਰੀ ਆਪਣੇ ਨਾਲ ਪੱਕੇ ਤੌਰ ਤੇ ਲਾ ਲਈ ਕਿ ਮੈਂ ਹੀ ਪੰਡਿਤ ਹੋ ਸਕਦਾ। ਪੰਡਿਤ ਕੋਈ ਵੀ ਹੋ ਸਕਦਾ ਹੈ, ਕਿ ਗੁਰਸਿੱਖ ਵੀ ਪੰਡਿਤ ਹੋ ਸਕਦਾ ਹੈ। ਪੰਡਿਤ ਮੈਨੇ ਜਿਹਨੇ ਪੰਡਤਾਏ ਦੀ ਪੰਡ ਸਿਰ ਤੇ ਚੁੱਕੀ, ਵਿਦਵਤਾ ਦੀ ਪੰਡ ਜਿਹਨੇ ਸਿਰ ਤੇ ਚੁੱਕੀ ਹੈ, ਉਹ ਪੰਡਿਤ ਹੈ, ਵਿਦਵਾਨ ਹੈ। ਕੋਈ ਵੀ ਕਿਸੇ ਵੀ ਮਤ ਦਾ ਕੋਈ ਵੀ ਵਿਦਵਾਨ ਹੋ ਸਕਦਾ ਹੈ, ਕੋਈ ਵੀ ਪੰਡਿਤ ਹੋ ਸਕਦਾ ਹੈ। ਗੁਰਮਤਿ ਵਾਲਾ ਪੰਡਿਤ ਕਿਹੜਾ ਹੈ? ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧਿਆ, ਉਹ ਪੰਡਿਤ ਹੈ। ਪਰ ਉਹ ਵਾਲੇ ਪੰਡਿਤ ਜਿਹੜੇ ਵਿਦਵਾਨ ਤੇ ਸਨ, ਮੁੱਖੋਂ ਤੇ ਮਿੱਠੀਆਂ ਗੱਲਾਂ ਕਰਦੇ ਸਨ, ਪਰ ਉਹਨਾਂ ਦਾ ਆਪਣਾ ਜੀਵਨ ਤੇ ਕਿਰਦਾਰ ਨਹੀਂ ਸੀ। ਸੰਨਿਆਸੀ ਤਪੱਸੀਆਂ, ਮੁੱਖੋਂ ਇਹ ਪੰਡਿਤ ਮਿੱਠੇ, ਮੂੰਹ ਤੋਂ ਤੇ ਬੜੇ ਮਿੱਠੇ ਸਨ।
ਪੰਡਤ ਦੇ ਤੱਤੇ ਨੂੰ ਔਂਕੜ ਨਹੀਂ ਆਈ, ਇਹਦਾ ਮਤਲਬ ਬਹੁਤਿਆਂ ਪੰਡਤਾਂ ਦੀ ਗੱਲ ਹੈ, ਬਹੁਵਚਨ। ਇਸ ਕਰਕੇ ਉਹਨਾਂ ਦਾ ਵਿਸ਼ੇਸ਼ਣ ਮਿੱਠੇ ਵੀ ਬਹੁਵਚਨ ਆ ਗਿਆ। ਮੁੱਖੋਂ ਇਹ ਪੰਡਿਤ ਮਿੱਠੇ, ਮੂੰਹ ਤੋਂ ਤੇ ਬੜੇ ਮਿੱਠੇ ਸਨ, ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ, ਪਰ ਮਨ ਚ ਪਿਆਰ ਨਹੀਂ ਸੀ, ਜ਼ੁਬਾਨ ਤੋਂ ਰੱਬ ਨਾਲ ਗੰਢਾਂ ਲਾਈ ਬੈਠੇ ਸਨ। ਭੱਟ ਤਿੱਖਾ ਜੀ ਆਖਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਆਉਣ ਤੋਂ ਪਹਿਲਾਂ ਮੈਂ ਬੜਿਆਂ ਸਾਧਾਂ ਸੰਤਾਂ ਨੂੰ ਦੇਖਿਆ, ਥੱਕ ਗਿਆ ਲੱਭ ਲੱਭ ਕੇ, ਰਿਓ ਸੰਤ ਹੋਂ ਟੋਲ ਸਾਧਵੋ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਹੁ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬਰਸ ਏਕ ਹੋਂ ਫਿਰਿਓ, ਬਰਸ ਤੇ ਸੱਸੀ ਨੂੰ ਔਂਕੜ ਮੈਨੇ ਸਾਲ, ਤੇ ਸਾਲ ਬਰਸ ਦਾ ਵਿਸ਼ੇਸ਼ਣ ਏਕ ਕੱਕੇ ਨੂੰ ਔਂਕੜ ਨਾਲ ਆ ਗਿਆ, ਇੱਕ ਸਾਲ। ਬਰਸ ਕਿਉਂਕਿ ਪੁਲਿੰਗ ਹੈ, ਇੱਕ ਵਚਨ ਪੁਲਿੰਗ ਹੋਣ ਕਰਕੇ ਸੱਸੀ ਨੂੰ ਔਂਕੜ ਆ ਗਈ, ਉਹਦਾ ਵਿਸ਼ੇਸ਼ਣ ਏਕ ਪੁਲਿੰਗ ਦਾ ਵਿਸ਼ੇਸ਼ਣ ਹੋਣ ਕਰਕੇ ਉਹ ਵੀ ਔਂਕੜ ਨਾਲ ਆ ਗਿਆ। ਜਿੱਥੇ ਨਾਉ ਇਸਤਰੀ ਲਿੰਗ ਹੋਵੇ ਉੱਥੇ ਵਿਸ਼ੇਸ਼ਣ ਦੇ ਏਕ ਦੀ ਕੱਕੇ ਦੀ ਔਂਕੜ ਹਟ ਜਾਂਦੀ ਹੈ। ਜਿੱਥੇ ਨਾਉ ਬਹੁਵਚਨ ਹੋਵੇ ਉੱਥੇ ਏਕ ਦੇ ਕੱਕੇ ਨੂੰ ਸਿਆਰੀ ਲੱਗ ਜਾਂਦੀ, ਉਹ ਵੀ ਬਹੁਵਚਨ ਬਣ ਜਾਂਦਾ ਹੈ। ਜਿਵੇਂ ਗੁਰਾ ਇੱਕ ਦੇ ਬੁਝਾਈ, ਉੱਥੇ ਇੱਕ ਦੇ ਕੱਕੇ ਨੂੰ ਔਂਕੜ ਨਹੀਂ ਹੈ। ਬੁਝਾਈ ਮੈਨੇ ਸਮਝ ਮਤ, ਸਮਝ ਇਸਤਰੀ ਲਿੰਗ ਹੈ, ਉਹਦਾ ਵਿਸ਼ੇਸ਼ਣ ਇੱਕ ਵੀ ਔਂਕੜ ਤੋਂ ਬਿਨਾਂ ਆ ਗਿਆ। ਹੇ ਗੁਰੂ ਜੀ ਮੈਨੂੰ ਇੱਕ ਸਮਝ ਦੇ ਦਿਓ, ਇੱਕ ਸਮਝ, ਇੱਕ ਮਤ, ਇੱਕ ਅਕਲ, ਇੱਕ ਗਿਆਨ। ਸਭਨਾ ਜੀਆਂ ਕਾ ਇੱਕ ਦਾਤਾ, ਹੁਣ ਉੱਥੇ ਦਾਤਾ ਪੁਲਿੰਗ ਹੈ, ਉੱਥੇ ਉਹਦਾ ਵਿਸ਼ੇਸ਼ਣ ਇੱਕ ਕੱਕੇ ਨੂੰ ਔਂਕੜ ਨਾਲ ਆ ਗਿਆ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਜਿੱਥੇ ਬਹੁਤੇ ਹੋਣ ਉਹਦਾ ਵਿਸ਼ੇਸ਼ਣ ਇੱਕ ਕੱਕੇ ਨੂੰ ਸਿਆਰੀ ਦੇ ਨਾਲ ਆ ਜਾਂਦਾ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਆਂ, ਉੱਥੇ ਇੱਕ ਦੇ ਕੱਕੇ ਨੂੰ ਸਿਆਰੀ ਮੈਨੇ ਕਈ ਬਹੁਤ ਸਾਰੇ। ਬਸ ਇਹ ਯਾਦ ਰੱਖਿਓ, ਏਕ ਲਫ਼ਜ਼ ਨੂੰ ਔਂਕੜ ਵਾਲਾ ਇੱਕ ਪੁਲਿੰਗ ਵਾਸਤੇ ਹੁੰਦਾ ਵੈ, ਬਿਨਾਂ ਔਂਕੜ ਤੋਂ ਕੱਕਾ ਜਿਹੜਾ ਉਹ ਇਸਤਰੀ ਲਿੰਗ ਵਾਸਤੇ ਹੁੰਦਾ ਵੈ। ਇੱਕ ਦੇ ਕੱਕੇ ਨੂੰ ਸਿਆਰੀ ਹੋਵੇ, ਏਕ ਜਾਂ ਇੱਕ ਕੱਕੇ ਨੂੰ ਸਿਆਰੀ ਹੋਵੇ ਤੇ ਉਹ ਬਹੁਤਿਆਂ ਵਾਸਤੇ ਹੁੰਦਾ ਕਈ। ਬਰਸ ਏਕ ਹੋਂ ਫਿਰਿਓ, ਇੱਥੇ ਬਰਸ ਪੁਲਿੰਗ ਹੈ, ਉਹਦਾ ਵਿਸ਼ੇਸ਼ਣ ਏਕ ਵੀ ਕੱਕੇ ਨੂੰ ਔਂਕੜ ਨਾਲ ਆ ਗਿਆ। ਹੋਂ ਫਿਰਿਓ ਮੈਨੇ ਮੈਂ ਫਿਰਿਆ, ਮੈਂ ਇੱਕ ਸਾਲ ਫਿਰਦਾ ਰਿਹਾ, ਕਿਨੇ ਨਹੁ ਪਰਚੋ ਲਾਇਓ। ਨਹੁ ਦੀ ਅਸੀਂ ਪਿਛਲੀ ਵਾਰ ਵਿਚਾਰ ਕਰ ਚੁੱਕੇ ਸਾਂ। ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਇਹ ਜਿਹੜੇ ਸ਼ਬਦ ਬੋਲੇ ਜਾਂਦੇ ਨੇ। ਕਈ ਥਾਵਾਂ ਦੇ ਉੱਪਰ ਨ ਹੈ, ਕਈ ਥਾਵਾਂ ਤੇ ਨਾ, ਕਈ ਥਾਵਾਂ ਤੇ ਨਹੀਂ ਬੋਲਦੇ ਨੇ, ਇੰਗਲਿਸ਼ ਵਿੱਚ ਨੋ ਕਹਿ ਦਿੰਦੇ ਨੇ, ਏਦਾਂ ਹੀ ਨੋ। ਜਿਹੜੇ ਰਾਜਸਥਾਨ ਸਾਈਡ ਦੇ ਇਲਾਕੇ ਦੇ ਨੇ ਉਹਨਾਂ ਇਲਾਕਿਆਂ ਵਿੱਚ ਇਹ ਨੌ ਸ਼ਬਦ ਬੋਲਿਆ ਜਾਂਦਾ ਹੈ। ਇਹ ਅਵਯ ਹੈਗਾ ਜਿਹਦੇ ਬਾਰੇ ਮੈਂ ਪਿਛਲੀ ਵਾਰ ਇੱਥੇ ਡਿਸਪਲੇ ਵੀ ਕਰ ਚੁੱਕਿਆ ਸਾਂ। ਬਰਸ ਏਕ ਹੋਂ ਫਿਰਿਓ ਕਿਨੇ ਨਹੁ ਪਰਚੋ ਲਾਇਓ, ਕਿਨੇ ਮੈਨੇ ਕਿਸੇ ਨੇ ਵੀ ਪਰਚੋ ਲਾਇਓ। ਪਰਚੋ ਮੈਨੇ ਪਰਚਾਣਾ, ਤਸੱਲੀ ਕਰਨੀ। ਕਿਸੇ ਨੇ ਵੀ ਮੇਰੀ ਤਸੱਲੀ ਨਹੀਂ ਕਰਾਈ, ਕਿਸੇ ਨੇ ਮੇਰੀ ਨਿਸ਼ਾ ਨਹੀਂ ਕਰਾਈ। ਭਾਵ ਮੈਂ ਇੱਕ ਸਾਲ ਭਟਕਦਾ ਫਿਰਿਆ, ਕਿਸੇ ਤੋਂ ਵੀ ਮੈਨੂੰ ਤਸੱਲੀ ਨਹੀਂ ਮਿਲੀ ਕਿ ਧਰਮ ਕੀ ਹੈ, ਰੱਬ ਕੀ ਹੈ, ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਤਿਆਂ ਕਹਿਤੀ ਮੈਨੇ ਕਹਿੰਦੇ ਰਹੇ, ਆਖਦੇ ਰਹੇ ਮੂੰਹੋਂ, ਹੋਰਨਾਂ ਨੂੰ ਉਪਦੇਸ਼ ਕਰਦੇ ਰਹੇ। ਸੁਣੀ ਮੈਨੇ ਮੈਂ ਸੁਣੇ ਨੇ, ਉਹਨਾਂ ਨੂੰ ਉਪਦੇਸ਼ ਕਰਦਿਆਂ ਸੁਣੇ। ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਉਹ ਕਹਿਣ ਵਾਲੇ ਤੇ ਬੜੇ ਸਨ ਪਰ ਉਹਨਾਂ ਦੀ ਰਹਿਤ ਦੇਖ ਕੇ ਮੈਨੂੰ ਆਨੰਦ ਨਹੀਂ ਆਇਆ। ਰਹਿਤ ਇੱਥੇ ਤੱਤੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਉਹ ਸੰਬੰਧਕ ਆ ਗਿਆ ਤੇ ਰਹਿਤ ਦੇ ਤੱਤੇ ਦੀ ਔਂਕੜ ਹਟ ਗਈ। ਹਾਲਾਂਕਿ ਇੱਥੇ ਰਹਿਤ ਵੈਸੇ ਵੀ ਇਸਤਰੀ ਲਿੰਗ ਸ਼ਬਦ ਹੈ, ਰਹਿਣੀ ਅਰਥਾਂ ਦੇ ਵਿੱਚ। ਰਹਿਤ ਕੋ ਖੁਸ਼ੀ ਨਾ ਆਇਓ, ਉਹਨਾਂ ਦੀ ਰਹਿਣੀ ਦੇਖ ਕੇ ਮੈਨੂੰ ਖੁਸ਼ੀ ਨਹੀਂ ਆਈ, ਮੈਨੂੰ ਆਨੰਦ ਨਹੀਂ ਆਇਆ। ਕਿਉਂ? ਅੱਗੇ ਭੱਟ ਭਿੱਖਾ ਜੀ ਨੇ ਸਪਸ਼ਟ ਕੀਤਾ, ਹਰ ਨਾਮ ਛੋੜ ਦੂਜੈ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਈ ਮਿਲਾਇਓ ਭਿਖਿਆ, ਜਿਵ ਤੂੰ ਰਹਿ ਤਿਵ ਰਹੋ। ਹਰ ਨਾਮ ਛੋੜ ਦੂਜੈ ਲੱਗੇ, ਅਸਲ ਵਿੱਚ ਉਹ ਹਰੀ ਦੇ ਨਾਮ ਨੂੰ ਛੱਡ ਕੇ, ਨਾਮ ਦੇ ਮੰਮੀ ਨੂੰ ਔਂਕੜ ਹੈ, ਇੱਕ ਵਿੱਚ ਲਿੰਗ, ਪ੍ਰਭੂ ਦਾ ਨਾਮ, ਹਰੀ ਨਾਮ ਛੱਡ ਕੇ, ਛੋੜ ਦੇ ਡੱਡੇ ਨੂੰ ਸਿਆਰੀ ਆ ਗਈ, ਛੱਡ ਕੇ, ਇਹ ਪੂਰਵ ਪੂਰਨ ਕਾਰਦੰਤਕ ਹੈ। ਦੂਜਾ ਲੱਗੇ, ਦੂਜਾ ਮੈਨੇ ਇੱਕ ਪ੍ਰਭੂ ਨਾਮ ਛੱਡ ਕੇ ਦਵੈਤ ਦੇ ਵਿੱਚ ਜੁੜ ਗਏ, ਮਾਇਆ ਨਾਲ ਜੁੜ ਗਏ। ਦੂਜਾ ਲੱਗੇ ਮੈਨੇ
ਇੱਕ ਪ੍ਰਭੂ ਨੂੰ ਛੱਡ ਕੇ ਦਵੈਤ ਮਾਇਆ ਵਿੱਚ ਖਚਿਤ ਹੋ ਗਏ। ਭਾਵ ਉਹਨਾਂ ਨੇ ਘਰ-ਬਾਰ ਤੇ ਛੱਡਿਆ ਪਰ ਮਾਇਆ ਨਹੀਂ ਛੱਡੀ। ਇੱਥੇ ਮਾਇਆ ਛੱਡਣ ਦਾ ਮਤਲਬ ਪੈਸੇ ਨਹੀਂ, ਮਾਇਆ ਦਾ ਮੋਹ ਨਹੀਂ ਛੱਡਿਆ, ਮਾਇਆ ਦਾ ਲੋਭ ਨਹੀਂ ਛੱਡਿਆ, ਮਾਇਆ ਦਾ ਹੰਕਾਰ ਨਹੀਂ ਛੱਡਿਆ, ਕਿਉਂਕਿ ਮਾਇਆ ਛੱਡਣ ਦੀ ਗੁਰਮਤਿ ਵਿੱਚ ਗੱਲ ਹੀ ਨਹੀਂ ਹੈ। ਮਾਇਆ ਦੇ ਵਿਕਾਰ ਛੱਡਣ ਦੀ ਲੋੜ ਹੈ। ਇਹਨਾਂ ਨੇ ਵੀ ਸੋਚਿਆ ਕਿ ਹੰਕਾਰ ਮਾਇਆ ਦਾ ਹੈ ਨਾ, ਚਲੋ ਮਾਇਆ ਛੱਡ ਦਿੰਦੇ ਆ, ਨਾ ਮਾਇਆ ਰਹੇਗੀ ਨਾ ਹੰਕਾਰ ਰਹੇਗਾ। ਨਤੀਜਾ ਕੀ ਹੋਇਆ? ਮਾਇਆ ਤੇ ਛੱਡ ਦਿੱਤੀ, ਹੰਕਾਰ ਦਾ ਮਸਲਾ ਉੱਥੇ ਹੀ ਰਿਹਾ। ਪਹਿਲਾਂ ਹੰਕਾਰ ਸੀ ਮੇਰੇ ਵਰਗਾ ਅਮੀਰ ਕੌਣ, ਹੁਣ ਹੰਕਾਰ ਮੇਰੇ ਵਰਗਾ ਤਿਆਗੀ ਕੌਣ। ਮਾਇਆ ਛੱਡ ਕੇ ਆਇਆ ਨੇ। ਸੋਚਿਆ ਸੀ ਮਾਇਆ ਦਾ ਹੰਕਾਰ ਹੈ ਨਾ, ਨਾ ਮਾਇਆ ਰਹੇਗੀ ਨਾ ਹੰਕਾਰ ਰਹੇਗਾ। ਮਾਇਆ ਤੇ ਛੱਡ ਦਿੱਤੀ, ਹੰਕਾਰ ਨਹੀਂ ਛੱਡਿਆ ਗਿਆ, ਹੰਕਾਰ ਉੱਥੇ ਹੀ ਖੜਾ ਹੈ ਕਿ ਮੇਰੇ ਵਰਗਾ ਤਿਆਗੀ ਕੌਣ। ਇਹਨਾਂ ਸੋਚਿਆ ਕਿ ਘਰ ਦਾ ਮੋਹ ਹੈ ਨਾ, ਨਾ ਘਰ ਰਹੇਗਾ ਨਾ ਮੋਹ ਰਹੇਗਾ। ਘਰ ਤੇ ਉਹਨਾਂ ਨੇ ਛੱਡ ਦਿੱਤਾ। ਇਹਨਾਂ ਨੇ ਆਸ਼ਰਮ ਬਣਾ ਲਿਆ, ਡੇਰੇ ਬਣਾ ਲਏ। ਪਹਿਲਾਂ 4 ਕਮਰਿਆਂ ਦੇ ਘਰ ਦਾ ਮੋਹ ਸੀ, ਹੁਣ 100 ਕਮਰਿਆਂ ਦੇ ਡੇਰੇ ਦਾ ਮੋਹ ਹੋਰ ਪੱਕਾ ਹੋ ਗਿਆ। ਇਹਨਾਂ ਸੋਚਿਆ ਬੱਚਿਆਂ ਦਾ ਮੋਹ ਹੈ, ਬੱਚੇ ਛੱਡ ਦੇਣੇ, ਨਾ ਬੱਚੇ ਹੋਣਗੇ ਨਾ ਮੋਹ ਰਹੇਗਾ। ਬੱਚੇ ਛੱਡ ਆਏ, ਮੋਹ ਉੱਥੇ ਹੀ ਖੜਾ ਹੈ। ਪਹਿਲਾਂ 2 ਬੱਚਿਆਂ ਦਾ ਮੋਹ ਸੀ, ਹੁਣ 1000 ਚੇਲਿਆਂ ਦਾ ਮੋਹ। ਮੇਰੇ ਚੇਲੇ ਟੁੱਟ ਕੇ ਦੂਜੇ ਦੇ ਚੇਲੇ ਨਾ ਬਣਨ, ਦੂਜੇ ਦੇ ਚੇਲੇ ਟੁੱਟ ਕੇ ਮੇਰੇ ਚੇਲੇ ਬਣ ਜਾਣ। ਮੋਹ ਉੱਥੇ ਹੀ ਖੜਾ ਹੈ, ਜਿਹਨੂੰ ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਕਹਿ ਦਿੱਤਾ। ਕਹਿਣ ਲੱਗੇ ਕੀ ਲਾਭ ਹੋਇਆ? ਗ੍ਰਹਿ ਤਜ ਬਨਖੰਡ ਚਾਹੀਏ, ਚੁਣ ਖਾਈਏ ਕੰਦਾ, ਅਜੂ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਮਨ ਨੇ ਵਿਕਾਰ ਨਹੀਂ ਛੱਡੇ। ਧੂੰਵਰ ਤਾਪ ਗੇਰੀ ਕੇ ਵਸਤਰਾ। ਵੈਸੇ ਹੱਥ ਲਿਖਤ ਬੀੜਾ ਵਿੱਚ ਧੂੰਵਰ ਪਾਠ ਹੈ, ਧੂੰਵਰ ਨਹੀਂ। ਧੂੰਵਰ ਮੈਨੇ ਧੂਆਂ, ਧੂਣੇ ਤਾਪਣੇ। ਇਹ ਧੂਮਰ ਤੋਂ ਸ਼ਬਦ ਬਣਿਆ, ਜਿਵੇਂ ਧੂਮਰਪਾਨ ਨਿਸ਼ੇਧ ਹੈ, ਸੰਸਕ੍ਰਿਤ ਦਾ ਸ਼ਬਦ ਧੂਮਰ ਧੂਆਂ। ਇਸ ਕਰਕੇ ਹੱਥ ਲਿਖਤ ਬੀੜਾ ਵਿੱਚ ਪਾਠ ਧੂੰਵਰ ਹੈ, ਪੂੰਵਰ ਨਹੀਂ। ਪਰ ਪ੍ਰਿੰਟਡ ਬੀੜਾ ਵਿੱਚ ਪੂੰਵਰ ਛਪਿਆ ਹੋਇਆ। ਪੂੰਵਰ ਤਾਪ ਗੇਰੀ ਕੇ ਵਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੈਂ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਵਿਕਾਰ ਨਾਲੇ ਚੁੱਕੀ ਫਿਰਦਾ। ਇਹੀ ਗੱਲ ਭੱਟ ਭਿੱਖਾ ਜੀ ਨੇ ਕਹੀ, ਹਰ ਨਾਮ ਛੋੜ ਦੂਜਾ ਲੱਗੇ। ਰੱਬ ਦਾ ਨਾਮ ਛੱਡ ਕੇ ਦਵੈਤ ਨਾਲ ਜੁੜੇ ਹੋਏ ਨੇ, ਮਾਇਆ ਵਿੱਚ ਫਸੇ ਹੋਏ ਨੇ। ਤਿੰਨ ਕੇ ਗੁਣ ਹੋ ਕਿਆ ਕਹੂੰ, ਤਿੰਨ ਕੇ ਮੈਨੇ ਉਹਨਾਂ ਦੇ ਗੁਣ ਮੈਂ ਕਿਹੜੇ ਦੱਸਾਂ? ਉਹਨਾਂ ਲੋਕਾਂ ਦੇ ਗੁਣਾਂ ਬਾਰੇ ਮੈਂ ਕੀ ਆਖਾਂ? ਹੁਣ ਕਿਆ ਕਹੂੰ, ਮੈਂ ਕੀ ਕਹਾਂ? ਗੁਰ ਰਾਰੇ ਨੂੰ ਔਂਕੜ ਆ ਗਈ। ਗੁਰ ਦਈ ਮਿਲਾਇਓ ਭਿਖਿਆ। ਦਈ ਦੇ ਯਈ ਨੂੰ ਆ ਗਈ ਸਿਆਰੀ। ਦਈ ਕਹਿੰਦੇ ਨੇ ਦਿਆਲੂ ਪ੍ਰਭੂ ਨੂੰ, ਯਈ ਨੂੰ ਸਿਆਰੀ ਆ ਗਈ ਤੇ ਇਹਦਾ ਕਾਰ ਕੀ ਅਰਥ ਬਣ ਜਾਏਗਾ? ਦਈ ਨੇ, ਦਿਆਲੂ ਪ੍ਰਭੂ ਨੇ ਗੁਰ ਮਿਲਾ ਦਿੱਤਾ। ਦਿਆਲੂ ਪ੍ਰਭੂ ਨੇ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਲ ਮਿਲਾ ਦਿੱਤਾ। ਗੁਰ ਦਈ ਮਿਲਾਇਓ ਭਿਖਿਆ। ਇਹ ਭਿਖੇ ਤੂੰ ਕਹਿ ਕਿ ਮੈਨੂੰ ਭਿਖੇ ਨੂੰ ਦਿਆਲੂ ਪ੍ਰਭੂ ਨੇ ਗੁਰੂ ਨਾਲ ਮਿਲਾ ਦਿੱਤਾ। ਜਿਵ ਤੂੰ ਰੱਖੈ ਤਿਵ ਰਹੋ। ਹੁਣ ਜਿਵੇਂ ਤੂੰ ਰੱਖੇਗਾ ਤਿਵੇਂ ਹੀ ਮੈਂ ਰਹਾਂਗਾ। ਭਾਵ ਜਿਵੇਂ ਤੂੰ ਮੈਨੂੰ ਹੁਕਮ ਕਰੇਗਾ, ਤੇਰੇ ਨਿਯਮਾਂ ਦੀ ਪਾਲਣਾ ਕਰਦਿਆਂ ਮੈਂ ਉਸੇ ਤਰ੍ਹਾਂ ਜ਼ਿੰਦਗੀ ਬਤੀਤ ਕਰਾਂਗਾ। ਜਿਵੇਂ ਜਿਵ ਤੂੰ ਰੱਖੈ ਬਹੁਵਚਨ ਕਿਰਿਆ ਆ ਗਈ ਇੱਥੇ। ਰੱਖੈ ਤੂੰ ਰੱਖੇਗਾ, ਇਹ ਫਿਊਚਰ ਟੈਂਸ ਦੀ ਕਿਰਿਆ ਆ ਗਈ, ਭਵਿੱਖ ਕਾਲ ਦੀ, ਕਿ ਜਿਵੇਂ ਤੂੰ ਰੱਖੇਗਾ ਤਿਵ ਰਹੋ, ਮੈਂ ਉਸੇ ਤਰ੍ਹਾਂ ਹੀ ਰਹਾਂਗਾ। ਆ 2 ਸਵਈ ਜਿਹੜੇ ਨੇ ਭੱਟ ਭਿੱਖਾ ਜੀ ਦੇ ਉਚਾਰੇ ਹੋਏ ਨੇ। ਇਸ ਤੋਂ ਜਿਹੜਾ ਅਗਲਾ ਸਵਈਆ ਹੈਗਾ ਉਹ ਭੱਟ ਸਲਜ ਜੀ ਦਾ ਉਚਾਰਿਆ ਹੋਇਆ ਵੈ। ਤੇ ਭੱਟ ਸਲਜ ਜੀ ਜਿਹੜੇ ਨੇ ਭੱਟ ਭਿੱਖੇ ਦੇ ਭਤੀਜੇ ਨੇ। ਜਿਹੜੇ ਭੱਟ ਸਲ ਨੇ ਇਹ ਭੱਟ ਭਿੱਖਾ ਜੀ ਦੇ ਭਤੀਜੇ ਨੇ, ਕਿਉਂਕਿ ਭੱਟ ਭਿੱਖੇ ਦੇ ਭਰਾ ਭੱਟ ਸੇਖੇ ਦੇ ਪੁੱਤਰ ਨੇ ਇਹ। ਖੈਰ, ਪਹਿਰ ਸਮਾਦ ਸਨਾ ਗਿਆਨ ਹੈ ਆਸਨ ਚੜਿਓ, ਧਰਮ ਤਨੁਖ ਕਰ ਗਹਿਓ, ਭਗਤ ਸ਼ੀਲਹਿ ਸਰ ਲੜਿਓ। ਪਹਿਰ ਦੇ ਰਾਰੇ ਨੂੰ ਆ ਗਈ ਸਿਆਰੀ। ਪਹਿਨ ਕੇ, ਪਾ ਕੇ, ਸਮਾਦ ਦੇ ਧੱਦੇ ਨੂੰ ਆ ਗਈ ਸਿਆਰੀ। ਇਹ ਕਿਉਂ ਆਈ? ਕਿਉਂਕਿ ਸਮਾਧੀ ਸ਼ਬਦ ਤਤਸਮ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ ਹੈ। ਇਹ ਇਸਤਰੀ ਲਿੰਗ ਸ਼ਬਦ ਹੈ ਸਮਾਧੀ, ਤੇ ਤਤਸਮ ਹੈ। ਜਿਵੇਂ ਹਿੰਦੀ ਚ ਸਮਾਧੀ ਲਿਖਦੇ ਨੇ, ਸੰਸਕ੍ਰਿਤ ਚ ਲਿਖਦੇ ਨੇ, ਤ ਨੂੰ ਛੋਟੇ ਈ ਕੀ ਮਾਤਰਾ ਆ ਜਾਂਦੀ ਹੈ। ਉਹ ਆਪਣਾ ਤਤਸਮ ਸ਼ਬਦ ਵਾਲਾ ਸਿਆਰੀ ਦਾ ਰੂਪ ਨਾਲ ਲੈ ਕੇ ਆਇਆ, ਸਮਾਦ ਸਮਾਧੀ। ਪਹਿਰ ਸਮਾਦ ਸਨਾ, ਸਨਾ ਆਖਦੇ ਨੇ ਸੰਜੋ ਨੂੰ। ਸੰਜੋ ਮੈਨੇ ਲੋਹੇ ਦੀ ਵਰਦੀ, ਜਿਹਨੂੰ ਅਸੀਂ ਇੰਗਲਿਸ਼ ਕਹਿ ਦਈਏ ਬੁਲਟ ਪ੍ਰੂਫ ਜੈਕਟ। ਜਿਹੜੀ ਬੁਲਟ ਪ੍ਰੂਫ ਜੈਕਟ, ਭਾਵ
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਮਾਧੀ ਰੂਪ ਜਿਹੜਾ ਬਖਤਰ ਪਾਇਆ ਹੋਇਆ ਹੈ, ਸਮਾਧੀ ਰੂਪ ਬੁੱਢ ਨੂੰ ਜੈਕਟ ਪਾਈ ਹੈ, ਉਹ ਸਮਾਧੀ ਜਿਹਦੇ ਵਿੱਚ ਹੁਣ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਕੇ ਕੁਝ ਵਿਗਾੜ ਹੀ ਨਹੀਂ ਸਕਦਾ। ਸਮਾਧੀ ਉਹਨਾਂ ਦੀ ਰੱਖਿਆ ਕਰਦੀ ਹੈ। ਪਹਿਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ। ਮਨੋ ਜਿਵੇਂ ਕੋਈ ਸੂਰਮਾ ਮੈਦਾਨੇ ਜੰਗ ਵਿੱਚ ਜਾ ਕੇ ਦੁਸ਼ਮਣਾਂ ਦਾ ਟਾਕਰਾ ਕਰਦਾ ਹੈ ਤੇ ਮਜ਼ਲੂਮਾਂ ਦੀ ਰਾਖੀ ਕਰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਨੂੰ ਸੂਰਮੇ ਦੀ ਤਰ੍ਹਾਂ ਪੇਸ਼ ਕੀਤਾ ਹੈ ਭੱਟ ਜੀ ਨੇ, ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲ ਮੈਂ ਦੇਖਦਾ, ਇਸ ਤਰ੍ਹਾਂ ਲੱਗਦਾ ਜਿਵੇਂ ਬਹੁਤ ਵੱਡਾ ਸੂਰਮਾ ਆ ਗਿਆ ਇਸ ਧਰਤੀ ਤੇ, ਕੋਈ ਮਹਾਬਲੀ ਆ ਗਿਆ। ਸੱਚਮੁੱਚ ਦੋ ਤਰ੍ਹਾਂ ਦੇ ਸੂਰਮੇ ਨੇ। ਇੱਕ ਸੂਰਮਾ ਉਹ ਜਿਹੜਾ ਗਰੀਬ ਦੀ ਰਾਖੀ ਕਰਦਾ ਹੈ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਉੱਥੇ ਦੀਨ ਦਾ ਮਤਲਬ ਧਰਮ ਨਹੀਂ, ਦੀਨ ਦਾ ਮਤਲਬ ਗਰੀਬ। ਤੇ ਦੂਜਾ ਸੂਰਮਾ ਕੌਣ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਭੱਟਾਂ ਨੇ ਇੱਕ ਸੂਰਮੇ ਦੀ ਤਰ੍ਹਾਂ ਪੇਸ਼ ਕੀਤਾ ਹੈ। ਇੱਕ ਉਹ ਸੂਰਮਾ ਹੈ ਜਿਹੜਾ ਆਪਣੇ ਆਪੇ ਨੂੰ ਜਿੱਤ ਕੇ ਆਪਣੇ ਸੰਸਾਰ ਦੇ ਵਿੱਚ ਬਾਦਸ਼ਾਹ ਬਣ ਕੇ ਵਿਚਰਦਾ ਹੈ। ਆਤਮ ਜਿਣੈ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ। ਉਹ ਗੁਰੂ ਅਮਰਦਾਸ ਪਾਤਸ਼ਾਹ ਪਹਿਰ ਸਮਾਧ ਸਨਾ ਭੱਟ ਆਖਦੇ ਨੇ। ਉਹਨਾਂ ਨੇ ਸਮਾਧੀ ਰੂਪ ਸਨਾ ਜਰਾ ਬਖਤਰ ਪਹਿਨਿਆ ਹੈ, ਬੁਲਟ ਪ੍ਰੂਫ ਜੈਕਟ ਪਹਿਨੀ ਹੋਈ ਹੈ। ਗਿਆਨ ਹੈ ਆਸਨ ਚੜਿਓ, ਗਿਆਨ ਹੈ ਆਸਨ ਚੜਿਓ। ਇੱਥੇ ਹੈ ਦੇ ਅਰਥ ਜਿਹੜੇ ਨੇ ਉਹ ਘੋੜੇ ਉੱਤੇ ਕੀਤੇ। ਗਿਆਨ ਰੂਪ ਹੈ ਘੋੜੇ ਉੱਤੇ, ਹੈ ਮੈਨੇ ਘੋੜਾ, ਭਾਵ ਗਿਆਨ ਦੇ ਘੋੜੇ ਉੱਤੇ। ਨੰਨੇ ਨੂੰ ਸਿਆਰੀ ਆ ਗਈ। ਗਿਆਨ ਦੇ ਘੋੜੇ ਉੱਤੇ ਆਸਣ ਚੜਿਓ। ਆਸਣ ਦੇ ਵੀ ਰਾਣੇ ਨੂੰ ਸਿਆਰੀ ਆ ਗਈ। ਆਸਣ ਤੇ ਇਹਦਾ ਅਰਥ ਬਣ ਗਿਆ ਚੜਿਓ, ਭਾਵ ਆਸਣ ਜਮਾਇਆ ਹੋਇਆ, ਆਸਣ ਤੇ ਬੈਠੇ ਨੇ। ਭਾਵ ਗੁਰੂ ਅਮਰਦਾਸ ਪਾਤਸ਼ਾਹ ਗਿਆਨ ਰੂਪ ਘੋੜੇ ਉੱਪਰ ਬੈਠ ਕੇ ਸਮਾਧੀ ਰੂਪੀ ਸਨਾ ਪਹਿਨ ਕੇ ਆਸਣ ਜਮਾ ਕੇ ਬੈਠੇ ਨੇ। ਗਿਆਨ ਰੂਪ ਘੋੜਾ, ਹੁਣ ਜਿਵੇਂ ਘੋੜੇ ਦਾ ਕੰਮ ਹੈ ਇੱਕ ਥਾਂ ਤੋਂ ਦੂਜੀ ਥਾਂ ਜਾਣਾ, ਗੁਰੂ ਅਮਰਦਾਸ ਪਾਤਸ਼ਾਹ ਜੀ ਗਿਆਨ ਦੇ ਘੋੜੇ ਨੂੰ ਇੱਕ ਥਾਂ ਤੇ ਦੂਜੀ ਥਾਂ ਲੈ ਕੇ ਜਾ ਰਹੇ ਨੇ। ਗਿਆਨ ਦੇ ਸਦਕਾ ਗੁਰੂ ਅਮਰਦਾਸ ਪਾਤਸ਼ਾਹ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਨੇ, ਭਾਵ ਹਰ ਹਿਰਦੇ ਵਿੱਚ ਪਹੁੰਚ ਰਹੇ ਨੇ। ਧਰਮ ਧਨੁਖ ਕਰ ਗਹਿਓ। ਧਰਮ ਮੈਨੇ ਧਰਮ, ਧਨੁਖ ਮੈਨੇ ਕਮਾਨ, ਜਿਹਦੇ ਵਿੱਚ ਤੀਰ ਰੱਖ ਕੇ ਚਲਾਈਦੇ ਨੇ। ਧਰਮ ਰੂਪੀ ਜਿਹੜੀ ਧਨੁਖ ਉਹਨਾਂ ਨੇ ਹੱਥ 'ਚ ਫੜੀ ਹੋਈ ਹੈ। ਧਨੁਖ ਕਿਉਂਕਿ ਇਸਤਰੀ ਲਿੰਗ ਸ਼ਬਦ ਹੋਣ ਕਰਕੇ ਖੱਖੇ ਨੂੰ ਔਂਕੜ ਤੋਂ ਬਿਨਾਂ ਆਇਆ। ਕਰ ਗਹਿਓ, ਕਰ ਦੇ ਰਾਰੇ ਨੂੰ ਔਂਕੜ ਨਹੀਂ ਆਈ। ਮੈਨੇ ਹੱਥ, ਬਹੁਤੇ ਹੱਥ, ਹੱਥਾਂ ਵਿੱਚ ਗਹਿਓ ਮੈਨੇ ਫੜਿਆ ਹੋਇਆ। ਧਰਮ ਰੂਪੀ ਧਨੁਖ ਉਹਨਾਂ ਨੇ ਆਪਣੇ ਹੱਥਾਂ 'ਚ ਫੜਿਆ ਹੋਇਆ। ਨਾਲ ਕੀ ਫੜਿਆ ਜੀ? ਭਗਤ ਸ਼ੀਲੇ ਸਰ ਲੜਿਓ। ਸਰ ਮੈਨੇ ਤੀਰ, ਭਗਤ ਸ਼ੀਲੇ ਸਰ ਦੇ ਰਾਰੇ ਨੂੰ ਸਿਆਰਿਆ ਗਈ ਤੀਰ ਨਾਲ, ਭਾਵ ਭਗਤਾਂ ਵਾਲੇ ਸ਼ੀਲ ਦੇ ਤੀਰ ਦੇ ਨਾਲ। ਭਗਤ ਵੀ ਬਹੁਤੇ ਨੇ, ਤੱਦੇ ਨੂੰ ਔਂਕੜ ਨਹੀਂ ਆਈ। ਸ਼ੀਲੇ ਮੈਨੇ ਸੀਲ ਦੇ, ਭਾਵ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਭਗਤ ਰੂਪੀ, ਭਗਤਾਂ ਰੂਪੀ ਸ਼ੀਲ ਦੇ ਤੀਰ ਦੇ ਨਾਲ ਵਿਕਾਰਾਂ ਦਾ ਟਾਕਰਾ ਕੀਤਾ ਹੈ। ਸਰ ਲੜਿਓ, ਭਾਵ ਉਸ ਤੀਰ ਦੇ ਨਾਲ ਵਿਕਾਰਾਂ ਦਾ ਟਾਕਰਾ ਕਰ ਰਹੇ ਹਨ। ਭੈ ਨਿਰਭਉ ਹਰ ਅਟਲ ਮਨ, ਸ਼ਬਦ ਗੁਰੂ ਨੇਜਾ ਗੱਡਿਓ। ਭੈ ਨਿਰਭਉ, ਹਰੀ ਦਾ ਭਉ ਰੱਖਣ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਨਿਰਭਉ ਹਨ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਭੈ ਹੈ। ਇਸ ਕਰਕੇ ਉਹ ਨਿਰਭਉ ਹੋ ਗਏ। ਹਰ ਅਟਲ ਮਨ, ਮਨ ਦੇ ਨੰਨੇ ਨੂੰ ਆ ਗਈ ਸਿਆਰੀ, ਮਨ ਵਿੱਚ। ਤੇ ਅਟਲ ਹਰੀ ਪ੍ਰਭੂ ਜਿਹੜਾ ਹੈ ਉਹ ਇੱਕ ਵਚਨ ਪੁਲਿੰਗ ਹੋਣ ਕਰਕੇ ਉਹਦਾ ਵਿਸ਼ੇਸ਼ਣ ਅਟਲ ਜਿਹੜਾ ਹੈ ਲੱਲੇ ਨੂੰ ਔਂਕੜ ਨਾਲ ਆ ਗਿਆ। ਉਹਨਾਂ ਦੇ ਮਨ ਦੇ ਵਿੱਚ ਅਟਲ ਪ੍ਰਭੂ ਟਿਕ ਗਿਆ ਹੈ। ਸ਼ਬਦ ਗੁਰ ਨੇਜ਼ਾ ਗੱਡਿਓ, ਸ਼ਬਦ ਦੇ ਦੱਦੇ ਨੂੰ ਆ ਗਈ ਸਿਆਰੀ। ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਨਾਲ। ਗੁਰ, ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ। ਗੁਰੂ ਦੇ ਨੇਜ਼ਾ ਗੱਡਿਓ। ਨੇਜ਼ਾ ਆਖਦੇ ਨੇ ਇੱਕ ਹਥਿਆਰ ਜਿਹਦੇ ਡੰਡੇ ਦੇ ਅੱਗੇ ਇੱਕ ਤਿੱਖਾ ਖੰਡਾ ਲੱਗਿਆ ਹੁੰਦਾ ਹੈ, ਉਹਨੂੰ ਕਹਿੰਦੇ ਨੇ ਨੇਜ਼ਾ ਗੱਡਿਓ। ਭਾਵ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ, ਮਾਨੋ ਨੇਜ਼ਾ ਗੱਡਿਆ ਹੋਇਆ ਹੈ ਤੁਸੀਂ। ਹਰੀ ਪ੍ਰਭੂ ਨੂੰ ਜਿਹੜਾ ਮਨ 'ਚ ਧਾਰਿਆ ਹੈ, ਇਹ ਮਾਨੋ ਸ਼ਬਦ ਰੂਪੀ ਨੇਜ਼ਾ ਗੁਰੂ ਨੇ ਆਪਣੇ ਅੰਦਰ ਗੱਡਿਆ ਹੋਇਆ ਹੈ। ਗੁਰੂ ਦੇ ਹੱਥ 'ਚ ਸ਼ਬਦ ਰੂਪੀ ਨੇਜ਼ਾ ਹੈ। ਸ਼ਬਦ ਗੁਰੂ ਨੇਜ਼ਾ ਗੱਡਿਓ। ਕਾਮ ਕ੍ਰੋਧ ਲੋਭ ਮੋਹ ਆਪਤ ਪੰਜ ਦੂਤ ਵਿਖੰਡਿਓ। ਕਾਮ ਕ੍ਰੋਧ ਲੋਭ ਮੋਹ ਇਹਨਾਂ ਸਾਰਿਆਂ ਦੇ ਅਖੀਰ ਤੇ ਔਂਕੜ ਨਹੀਂ ਆਈ। ਭਾਵ ਕਾਮ ਨੂੰ
ਕਾਮ ਦਾ, ਕ੍ਰੋਧ ਦਾ, ਲੋਭ ਦਾ ਤੇ ਮੋਹ ਦਾ ਨਾਸ਼ ਕੀਤਾ। ਅਪਤ, ਆਪਾ ਭਾਵ ਮਿਟਾ ਦਿੱਤਾ। ਇਹਨਾਂ ਪੰਜਾਂ ਵਿਕਾਰਿਆਂ ਨੂੰ ਨਾਸ਼ ਕਰ ਦਿੱਤਾ। ਪੰਚ ਦੂਤ ਵਿਖੰਡਿਓ, ਪੰਜਾਂ ਦੂਤਾਂ ਦਾ ਨਾਸ਼ ਕਰ ਦਿੱਤਾ। ਇੱਥੇ ਅਪਤ ਜਿਹੜਾ ਹੈਗਾ ਤਾਂ ਆਪਣੀ ਮੌਲਿਕ ਔਂਕੜ ਨਾਲ ਲੈ ਕੇ ਆਇਆ ਹੋਣ ਕਰਕੇ ਤੱਤੇ ਨੂੰ ਔਂਕੜ ਆਈ, ਪਰ ਕਾਮ, ਕ੍ਰੋਧ, ਲੋਭ, ਮੋਹ ਦੇ ਔਂਕੜ ਤਾਂ ਨਹੀਂ ਆਈ ਕਿਉਂਕਿ ਅੱਗੇ ਦਾ ਕਾਰਕੀ ਅਰਥ ਆ ਗਿਆ। ਭਾਵ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਤੇ ਹੰਕਾਰ ਦਾ, ਇਹਨਾਂ ਪੰਜਾਂ ਵਿਕਾਰਾਂ ਦਾ ਨਾਸ਼ ਕਰ ਦਿੱਤਾ ਹੈ। ਪੰਚ ਦੂਤ ਵਿਖੰਡਿਓ, ਪੰਜਾਂ ਦੂਤਾਂ ਨੂੰ ਨਾਸ਼ ਕਰ ਦਿੱਤਾ। ਦੂਤ ਬਹੁਤੇ ਨੇ ਤੇ ਪੰਜ ਹੋਣ ਕਰਕੇ ਦੂਤ ਤੇ ਤੱਤੇ ਨੂੰ ਔਂਕੜ ਨਹੀਂ ਆਈ। ਵਿਖੰਡਿਓ ਮੈਨੇ ਖੰਡਨ ਕਰ ਦਿੱਤਾ, ਨਾਸ਼ ਕਰ ਦਿੱਤਾ। ਭਲੋ ਪੁਹਾਲ ਤੇ ਜੋਤਨਾ, ਨਿਰਪਤ ਨਾਥ ਨਾਨਕ ਬਰ। ਗੁਰੂ ਅਮਰਦਾਸ ਸੱਚ ਸੱਲਿਆ ਭਣ, ਤੈਂ ਦਲ ਜਿੱਤੋ ਇਮ ਜੁਦ ਕਰ। ਗੁਰੂ ਅਮਰਦਾਸ ਪਾਤਸ਼ਾਹ ਉਹ ਸੂਰਮੇ ਨੇ ਜਿਨ੍ਹਾਂ ਨੇ ਦਲ ਜਿੱਤਿਆ। ਕਿਵੇਂ? ਭੱਲੋ ਪੁਹਾਲ, ਭੱਲੋ ਮੈਨੇ ਭੱਲਿਆਂ ਦੀ ਕੁਲ ਵਿੱਚ, ਪੁਹਾਲ ਮੈਨੇ ਭੂਪਾਲ, ਭੂਪਾਲ ਮੈਨੇ ਭੂ ਦਾ ਰਾਜਾ, ਭੂ ਨੂੰ ਪਾਲਣ ਵਾਲਾ, ਭੂ ਮੈਨੇ ਭੂਮੀ, ਭੂਮੀ ਦਾ ਪਾਲਣਹਾਰ ਭਾਵ ਰਾਜਾ। ਕਿਸੇ ਵੀ ਦੇਸ਼ ਦੇ ਰਾਜੇ ਨੂੰ ਭੂਪਾਲ ਕਿਹਾ ਜਾਂਦਾ ਸੀ, ਭਾਵ ਇਸ ਭੂਮੀ ਦਾ ਪਾਲਣਹਾਰ ਇਹ ਆਦਮੀ ਹੈ ਜਿਹੜਾ ਇਸ ਭੂਮੀ ਨੂੰ, ਇਸ ਨਗਰ ਨੂੰ, ਇਸ ਦੇਸ਼ ਨੂੰ ਪਾਲ ਰਿਹਾ, ਭਾਵ ਸਾਡਾ ਰਾਜਾ। ਤੇ ਭੂਪਾਲ ਵਿਸ਼ੇਸ਼ਣ ਸੀ ਰਾਜੇ ਦਾ, ਤੇ ਉਹ ਵਿਸ਼ੇਸ਼ਣ ਇੱਥੇ ਭੱਟਾ ਨੇ ਵਰਤਿਆ। ਭਲੋ ਪੁਹਾਲ ਭਾਵ ਭੱਲੋ ਮੈਨੇ ਭੱਲਿਆਂ ਦੀ ਕੁਲ ਦੇ ਵਿੱਚ, ਪੁਹਾਲ ਭਾਵ ਰਾਜੇ ਨੇ। ਤੇਜੋ ਤਨਾ, ਤੇਜੋ ਮੈਨੇ ਤੇਜਭਾਨ ਜੀ ਦੇ, ਤਨਾ ਮੈਨੇ ਪੁੱਤਰ, ਹੇ ਤੇਜਭਾਨ ਜੀ ਦੇ ਪੁੱਤਰ। ਤਨ ਮੈਨੇ ਹੁੰਦਾ ਪੁੱਤਰ, ਤਨਾ ਇੱਥੇ ਸੰਬੋਧਨ ਆ ਗਿਆ। ਜਿਵੇਂ ਅਸੀਂ ਪਿੱਛੇ ਵਿਚਾਰ ਕਰਕੇ ਗਏ ਆ, ਜਦੋਂ ਪਲਿੰਗ ਨਾਉ ਦੇ ਆਖਰੀ ਅੱਖਰ ਨੂੰ ਔਂਕੜ ਲੱਗ ਜਾਂਦੀ ਤੇ ਉਹਦਾ ਵੀ ਸੰਬੋਧਨ ਬਣ ਜਾਂਦਾ ਹੈ। ਪੂਤ ਤੋਂ ਪੁੱਤਾ, ਮਨ ਤੋਂ ਇਹ ਮਨਾ ਮੇਰਿਆ ਮਨਾ। ਇਸ ਤਰ੍ਹਾਂ ਲੋਕਾ, ਮਤ ਕੋ ਫਕੜ ਪਾਏ, ਲੋਕ ਤੋਂ ਲੋਕਾ ਜਦੋਂ ਸੰਬੋਧਨ ਕਰਨਾ ਹੁੰਦਾ ਹੈ ਅਖੀਰ ਤੇ ਕੰਨਾ ਲੱਗ ਜਾਂਦਾ ਹੈ। ਇੱਥੇ ਤੇਜੋ ਤਨਾ, ਇਹ ਤੇਜਭਾਨ ਦੇ ਪੁੱਤਰ ਜੀਓ। ਭਲੋ ਪੁਹਾਲ, ਤੁਸੀਂ ਭੱਲਿਆਂ ਦੀ ਕੁਲ ਦੇ ਵਿੱਚੋਂ ਰਾਜੇ ਹੋ, ਸ਼੍ਰੋਮਣੀ ਹੋ। ਭੱਲੋ, ਇੱਥੇ ਭੱਲੋ ਭੱਬੇ ਤੇ ਹਲਕਾ ਜਿਹਾ ਅਧਿਕ ਜ਼ੋਰ ਦਬਾਓ ਪੈ ਜਾਏ ਤੇ ਜ਼ਿਆਦਾ ਇਹਦਾ ਸ਼ੁੱਧ ਉਚਾਰਨ ਹੋ ਜਾਏਗਾ। ਤਾਂ ਭੱਲਿਆਂ ਦੀ ਕੁਲ ਵਿੱਚ ਭੱਲੋ ਪੁਹਾਲ, ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ। ਨਿਰਪਤ ਨਾਥ, ਰਾਜਿਆਂ ਦਾ ਵੀ ਰਾਜਾ। ਨਰੀ ਆਖਦੇ ਨੇ ਨਰਾਂ ਨੂੰ, ਮਨੁੱਖਾਂ ਨੂੰ। ਪਤ ਮੈਨੇ ਪਤੀ, ਮਨੁੱਖਾਂ ਦਾ ਪਤੀ ਭਾਵ ਰਾਜਾ। ਨਾਥ ਜਿਹੜਾ ਉਹਦਾ ਵੀ ਅੱਗੋਂ ਨਾਥ ਹੈ, ਉਹਨੂੰ ਵੀ ਨੱਥਣ ਵਾਲਾ, ਉਹਨੂੰ ਵੀ ਕਾਬੂ ਚ ਰੱਖਣ ਵਾਲਾ, ਰਾਜਿਆਂ ਦਾ ਵੀ ਰਾਜਾ। ਨਿਪ੍ਰਤ ਨਾਥ, ਨਾਥ ਤੇ ਤੱਤੇ ਨੂੰ ਔਂਕੜ ਆ ਗਈ, ਇੱਕ ਵਚਨ ਪਲਿੰਗ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਦਾ ਜ਼ਿਕਰ ਹੋ ਰਿਹਾ। ਨਾਨਕ ਬਰ, ਨਾਨਕ ਦੇ ਕੱਕੇ ਨੂੰ ਇੱਥੇ ਔਂਕੜ ਨਹੀਂ ਆਈ। ਹੁਣ ਇੱਥੇ ਹੇ ਨਾਨਕ ਸੰਬੋਧਨ ਨਹੀਂ ਹੈ, ਇੱਥੇ ਦੇ ਲੁਪਤ ਸੰਬੰਧਕ ਆ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਰ, ਰਾਰੇ ਨੂੰ ਸਿਆਰੀ ਆ ਗਈ ਵਰ ਨਾਲ। ਨਿਰਪਤ ਨਾਥ ਨਾਨਕ ਬਰ ਭਾਵ ਤੇਜਭਾਨ ਦੇ ਪੁੱਤਰ ਜੀਓ। ਤੇ ਗੁਰੂ ਅਮਰਦਾਸ ਜੀ ਤੁਸੀਂ ਭੱਲਿਆਂ ਦੀ ਸ਼੍ਰੋਮਣੀ ਕੁਲ ਦੇ ਵਿੱਚ ਸ਼੍ਰੋਮਣੀ ਹੋ, ਤੇ ਗੁਰੂ ਨਾਨਕ ਪਾਤਸ਼ਾਹ ਦੇ ਵਰ ਦੇ ਨਾਲ ਰਾਜਿਆਂ ਦੇ ਰਾਜੇ ਹੋ। ਭੱਲੋ ਪੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ। ਗੁਰੂ ਅਮਰਦਾਸ ਸੰਬੋਧਨ ਆ ਗਿਆ ਇੱਥੇ। ਫਿਰ ਅਮਰਦਾਸ ਤੇ ਸੱਸੇ ਨੂੰ ਔਂਕੜ ਨਹੀਂ ਆਈ, ਸੰਬੋਧਨ ਹੈ ਹੀ ਅਮਰਦਾਸ। ਉਹਨਾਂ ਦਾ ਵਿਸ਼ੇਸ਼ਣ ਗੁਰ ਵੀ ਔਂਕੜ ਤੋਂ ਰਹਿਤ ਆ ਗਿਆ। ਹੇ ਗੁਰੂ ਅਮਰਦਾਸ ਸੱਚ ਸੱਲਿਆ ਭਣ, ਭਣ ਮੈਨੇ ਇੱਥੇ ਰਾਣੇ ਨੂੰ ਸਿਆਰੀ ਆ ਗਈ, ਮੈਨੇ ਆਖ, ਤੂੰ ਆਖ। ਜਦੋਂ ਵੀ ਹੁਕਮੀ ਭਵਿਖਤ ਕਾਲ ਮੱਧਮ ਪੁਰਖ ਆਉਂਦਾ ਹੈ, ਉਦੋਂ ਉਹਦੀ ਕਿਰਿਆ ਦੇ ਆਖਰੀ ਅੱਖਰ ਨੂੰ ਸਿਆਰੀ ਜਾਂ ਔਂਕੜ ਆ ਜਾਂਦੀ ਹੈ। ਇਹਦਾ ਅਰਥ ਬਣ ਜਾਂਦਾ ਤੂੰ ਆਖ, ਤੂੰ ਕਹਿ। ਭਣ ਦੇ ਨਾਣੇ ਨੂੰ ਸਿਆਰੀ ਆ ਗਈ, ਮੈਨੇ ਤੂੰ ਆਖ, ਤੂੰ ਭਣ। ਗੁਰੂ ਅਮਰਦਾਸ ਸੱਚ ਸੱਲੇ ਭਣ ਭਾਵ ਇਹ ਸਲ ਕਵੀ ਇਉਂ ਆਖ, ਤੈਂ ਦਲ ਜਿੱਤੋ ਇਮ ਜੁਦ ਕਰ, ਕਿ ਤੁਸੀਂ ਦਲ ਨੂੰ ਜਿੱਤ ਲਿਆ। ਜਿਹੜਾ ਆ ਦਲ ਹੈਗਾ ਵਿਕਾਰਾਂ ਦਾ, ਇਹ ਵਿਕਾਰਾਂ ਦੇ ਦਲ ਨੂੰ ਜਿੱਤ ਲਿਆ। ਇਮ ਜੁਦ ਕਰ, ਇਸ ਤਰ੍ਹਾਂ ਜੰਗ ਕਰਕੇ ਤੁਸੀਂ ਵਿਕਾਰਾਂ ਦੇ ਇਸ ਪੂਰੇ ਦਲ ਨੂੰ ਜਿੱਤ ਲਿਆ ਹੈ। ਇਹ ਭੱਟ ਸਲ ਜੀ ਦਾ ਇੱਕ ਸਵਈਆ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਵਿੱਚ। ਇਸ ਤੋਂ ਅੱਗੇ ਇੱਕ ਆਖਰੀ ਸਵਈਆ ਆਪਾਂ ਸਮਾਪਤੀ ਕਰ ਲੈਣੀ ਹੈ।
कनहर बूंद बसो रोमावल कुसुम बसंत ग्रंथ ना आवे। कनहर कहंदे ने ਬੱਦਲ ਨੂੰ कनहर, ਇੱਥੇ कनहर ਦੀ ਬਜਾਏ कनहर ਜਿਹੜਾ ਹ ਦਬਾਅ ਦੇ ਨਾਲ ਇਹਦਾ ਉਚਾਰਨ ਹੋਏਗਾ। कनहर बूंद, ਇੱਥੇ ਬਹੁਤ ਸਾਰੇ ਬੱਦਲਾਂ ਦੀ ਗੱਲ ਹੈ। ਕਨ ਕਹਿੰਦੇ ਨੇ ਬੱਦਲ ਨੂੰ, कनहर मैंने बहुत सारे बदल। ਤੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਬਹੁਵਚਨ ਹੈ। ਬੂੰਦ ਤੇ ਦੱਦੇ ਨੂੰ ਔਂਕੜ ਨਹੀਂ ਆਈ, ਬਹੁਤ ਸਾਰੀਆਂ ਬੂੰਦਾਂ, ਭਾਵ ਬੱਦਲਾਂ ਦੀਆਂ ਕਣੀਆਂ। ਹਾਲਾਂਕਿ ਬੂੰਦ ਆਪਣੇ ਆਪ ਚ ਵੈਸੇ ਵੀ ਇਸਤਰੀ ਲਿੰਗ ਸ਼ਬਦ ਹੈ। ਬਸੋ, ਜਦੋਂ ਵੀ ਕਿਸੇ ਲੱਗ ਦੀ ਆਵਾਜ਼ ਲਮਕਾਣੀ ਹੁੰਦੀ ਹੈ ਉਹਦੇ ਅਖੀਰ ਤੇ ਐੜਾ ਮੁਕਤਾ ਲੱਗ ਜਾਂਦਾ ਹੈ। ਇੱਥੇ ਸੱਸੇ ਨੂੰ ਔਂਕੜ ਲੱਗ ਹੈਗੀ ਹੈ ਤੇ ਅੱਗੇ ਆ ਗਿਆ ਐੜਾ ਮੁਕਤਾ ਬਸੋ। ਇਹਨੂੰ ਬਸੂਆ ਕਹਿਣਾ ਗਲਤ ਹੈ। ਬਸੋ ਰੋਮਾਵਲ, ਬਸੋ ਮੈਨੇ ਬਸੁਦਾ ਧਰਤੀ, ਰੋਮਾਵਲ ਰੋਮਾਂ ਦੀ ਪੰਕਤੀ, ਭਾਵ ਧਰਤੀ ਦੀ ਬਨਸਪਤੀ। ਕੁਸਮ ਬਸੰਤ, ਕੁਸਮ, ਕੁਸਮ ਦਾ ਮਤਲਬ ਫੁੱਲ। ਮੰਮੇ ਨੂੰ ਔਂਕੜ ਨਹੀਂ ਆਈ, ਬਹੁਤ ਸਾਰੇ ਫੁੱਲ। ਬਸੰਤ, ਤੱਤੇ ਨੂੰ ਔਂਕੜ ਨਹੀਂ ਆਈ, ਮੈਨੇ ਬਸੰਤ ਰੁੱਤ ਦੇ ਬਹੁਤ ਸਾਰੇ ਫੁੱਲ। ਗਨੰਤ ਨਾ ਆਵੇ, ਗਨੰਤ ਨਾ ਆਵੇ ਮੈਨੇ ਗਿਣਤੀ ਹੋ ਹੀ ਨਹੀਂ ਸਕਦੀ। ਭਾਵ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ, ਜੇ ਅਸੀਂ ਚਾਹੀਏ ਵੀ ਬੱਦਲਾਂ ਨੇ ਕਿੰਨੀਆਂ ਬੂੰਦਾਂ ਪਾਈਆਂ ਪਾਣੀ ਦੀਆਂ ਧਰਤੀ ਤੇ, ਅਸੀਂ ਗਿਣ ਨਹੀਂ ਸਕਦੇ ਵੀ ਇਸ ਵਾਰ ਬੱਦਲਾਂ ਨੇ ਕਿੰਨੀਆਂ ਕਣੀਆਂ ਵਰਸਾਈਆਂ ਧਰਤੀ ਤੇ। ਉਹਨਾਂ ਬੱਦਲਾਂ ਦੇ ਮੀਂਹ ਦੀਆਂ ਬੂੰਦਾਂ ਦੀ ਗਿਣਤੀ ਨਹੀਂ ਹੋ ਸਕਦੀ। ਬਸੋ ਰੋਮਾਵਲ, ਧਰਤੀ ਤੇ ਕਿੰਨੀ ਬਨਸਪਤੀ ਹੈ, ਕਿੰਨੇ ਪੇੜ ਪੌਦੇ ਰੁੱਖ ਨੇ, ਨਹੀਂ ਕੋਈ ਗਿਣ ਸਕਦਾ। ਕੁਸਮ ਬਸੰਤ, ਇਸ ਵਾਰ ਬਸੰਤ ਦੀ ਰੁੱਤ ਵਿੱਚ ਕਿੰਨੇ ਫੁੱਲ ਖਿੜੇ ਨੇ, ਕੋਈ ਨਹੀਂ ਗਿਣ ਸਕਦਾ। ਗਣੰਤ ਨਾ ਆਵੇ, ਇਹ ਚੀਜ਼ਾਂ ਗਿਣੀਆਂ ਨਹੀਂ ਜਾ ਸਕਦੀਆਂ। ਰਵ ਸਸ ਕਿਰਨ ਉਦਰ ਸਾਗਰ ਕੋ, ਰਵ ਵਾਵੇ ਨੂੰ ਸਿਆਰੀ ਜਿਹੜੀ ਮੌਲਿਕ ਨਾਲ ਆਈ ਹੈ, ਭਾਵ ਸੂਰਜ। ਸਸ ਚੰਦਰਮਾ, ਇਹ ਵੀ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ ਹੈ। ਕਿਰਨ, ਕਿਰਨ ਦੇ ਰਾਣੇ ਨੂੰ ਸਿਆਰੀ ਆ ਗਈ, ਭਾਵ ਕਿਰਨਾਂ, ਚੰਦਰਮਾ ਦੀਆਂ ਕਿਰਨਾਂ, ਸੂਰਜ ਦੀਆਂ ਕਿਰਨਾਂ। ਉਦਰ ਸਾਗਰ ਕੋ, ਉਦਰ ਦੇ ਰਾਰੇ ਨੂੰ ਔਂਕੜ ਆ ਗਈ ਮੈਨੇ ਪੇਟ, ਇੱਕ ਵਚਨ ਪੁਲਿੰਗ ਪੇਟ। ਸਾਗਰ ਕੋ, ਸਾਗਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਕੋ ਸੰਬੰਧਕ ਆ ਗਿਆ, ਸਮੁੰਦਰ ਦਾ ਪੇਟ। ਗੰਗ ਤਰੰਗ, ਗੰਗ ਦੇ ਗੱਗੇ ਨੂੰ ਔਂਕੜ ਤਾਂ ਨਹੀਂ ਆਈ, ਗੰਗਾ ਦੀਆਂ, ਅੱਗੇ ਸੰਬੰਧਕ ਆ ਗਿਆ ਦੀਆਂ। ਤਰੰਗ, ਗੱਗੇ ਨੂੰ ਔਂਕੜ ਤਾਂ ਨਹੀਂ ਆਈ, ਤਰੰਗਾਂ, ਬਹੁਤੀਆਂ ਤਰੰਗਾਂ, ਗੰਗਾ ਦੀਆਂ ਲਹਿਰਾਂ। ਅੰਤ ਕੋ ਪਾਵੇ, ਕਿਹੜਾ ਅੰਤ ਪਾ ਸਕਦਾ ਹੈ, ਭਾਵ ਸੂਰਜ ਨੇ ਕਿੰਨੀਆਂ ਕਿਰਨਾਂ ਧਰਤੀ ਤੇ ਭੇਜੀਆਂ, ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਜ਼ਮੀਨ ਤੇ ਆਈਆਂ, ਜਾਂ ਸਮੁੰਦਰ ਦੇ ਪੇਟ ਵਿੱਚ ਕਿੰਨਾ ਕੁਝ ਭਰਿਆ ਹੋਇਆ ਹੈ, ਜਾਂ ਗੰਗਾ ਦੀਆਂ ਕਿੰਨੀਆਂ ਕੁ ਲਹਿਰਾਂ ਨੇ। ਅੰਤ ਕੋ ਪਾਵੇ, ਕੌਣ ਅੰਤ ਪਾ ਸਕਦਾ ਹੈ? ਕੋਈ ਵੀ ਨਹੀਂ ਪਾ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਰੁਦਰ ਕਹਿੰਦੇ ਸ਼ਿਵ ਨੂੰ। ਸ਼ਿਵ ਦੇ ਧਿਆਨ ਬੜੇ ਪ੍ਰਸਿੱਧ ਨੇ। ਸ਼ਿਵ ਦੇ, ਸ਼ਿਵ ਵਾਲੇ, ਰੁਦਰ ਦੇ ਦੱਦੇ ਨੂੰ ਰਾਰੇ ਨੂੰ ਤਾਂ ਨਹੀਂ ਔਂਕੜ ਆਈ ਕਿਉਂਕਿ ਅੱਗੇ ਸੰਬੰਧਕ ਆ ਗਿਆ। ਰੁਦਰ ਦੇ ਧਿਆਨ, ਨੰਨੇ ਨੂੰ ਔਂਕੜ ਤਾਂ ਨਹੀਂ ਆਈ, ਬਹੁਤੇ ਧਿਆਨ, ਧਿਆਨ ਨਾਲ, ਸ਼ਿਵ ਜੀ ਦੇ ਧਿਆਨ ਦੇ ਨਾਲ। ਗਿਆਨ ਸਤਿਗੁਰ ਕੇ, ਗੁਰੂ ਦੇ ਗਿਆਨ ਨਾਲ। ਇੱਥੇ ਸਤਿਗੁਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਕੇ ਸੰਬੰਧਕ ਆ ਗਿਆ। ਸਤਿਗੁਰ ਦੇ, ਸਤਿਗੁਰ ਦੇ ਬਖਸ਼ੇ ਗਿਆਨ ਨਾਲ, ਗਿਆਨ ਦੁਆਰਾ। ਨੰਨੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਇੱਥੇ ਵੀ ਲੁਪਤ ਸੰਬੰਧਕ ਆ ਗਿਆ। ਸ਼ਿਵ ਜੀ ਦੇ ਧਿਆਨ ਨਾਲ ਤੇ ਗੁਰੂ ਦੇ ਗਿਆਨ ਦੇ ਨਾਲ। ਕਬ ਜਨ ਭੱਲੇ ਉਹਨੇ ਜੂ ਗਾਵੇ, ਕਬ ਦੇ ਵਵ ਨੂੰ ਸਿਆਰੀ ਆ ਗਈ, ਇਹ ਕਵੀ ਤੋਂ ਸ਼ਬਦ ਬਣਿਆ ਤੇ ਕਵੀ ਹਮੇਸ਼ਾ ਆਪਣੇ ਮੌਲਿਕ ਸਿਆਰੀ ਨਾਲ ਲੈ ਕੇ ਆਉਂਦਾ ਹੈ। ਕਬ ਦੀ ਬਜਾਏ ਕਬ ਇੱਥੇ ਪਾਠ ਆਇਆ ਤੇ ਪੰਜਾਬੀ ਵਿੱਚ ਕਬ ਆ ਜਾਂਦਾ ਵੇ, ਹਿੰਦੀ ਵਿੱਚ ਕਬ ਹੁੰਦਾ ਹੈ ਕਵੀ ਨੂੰ, ਤੇ ਉਹ ਮੌਲਿਕ ਸਿਆਰੀ ਨਾਲ ਲੈ ਕੇ ਆਇਆ। ਜਨ, ਕਬ ਜਨ ਭੱਲਿਆ, ਭੱਲੇ ਮੈਨੇ ਹੇ ਭੱਲ, ਲੱਲੇ ਨੂੰ ਤਾਂ ਔਂਕੜ ਨਹੀਂ ਆਈ, ਹੇ ਭੱਲ ਜਨ। ਇੱਥੇ ਸੰਬੋਧਨ ਹੋਣ ਕਰਕੇ ਨੰਨੇ ਨੂੰ ਵੀ ਸਿਆਰੀ ਨਹੀਂ ਆਈ ਹੈ। ਕਬ ਜਨ ਭੱਲੇ ਉਹਨੇ ਜੋ ਗਾਵੇ, ਉਹਨੇ ਜੋ ਗਾਵੇ, ਇੱਥੇ ਜੋ ਦੇ ਦੱਜੇ ਨੂੰ ਹੁੜਾ ਵੀ ਆ ਗਿਆ, ਔਂਕੜ ਵੀ ਆ ਗਈ। ਹੋੜੀ ਦੀਆਂ ਦੋ ਮਾਤਰਾ ਹੁੰਦੀਆਂ ਨੇ, ਔਂਕੜ ਦੀ ਇੱਕ ਮਾਤਰਾ ਹੁੰਦੀ। ਜੋ ਕਹਿਣ ਨਾਲ ਮਾਤਰਾ ਇੱਕ ਵੱਧ ਗਈ ਸੀ, ਮਾਤਰਾ ਘਟਾਉਣ ਵਾਸਤੇ ਥੱਲੇ ਔਂਕੜ ਪਾ ਦਿੱਤੀ। ਅਰਥ ਜਦੋਂ ਕਰਨੇ ਨੇ ਜੋ ਦੇ ਕਰਨੇ ਨੇ, ਜਦੋਂ ਉਚਾਰਨ ਕਰਨਾ ਹੈ ਇੱਕ ਮਾਤਰਾ ਘਟਾ ਕੇ ਜੂ। ਕਬ ਜਨ ਭੱਲੇ ਉਹਨੇ ਜੂ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਭੱਲੇ, ਭੱਲੇ ਕੁਲ ਦੇ ਵਿੱਚ ਅਮਰਦਾਸ ਸੰਬੋਧਨ ਆ ਗਿਆ ਤਾਂ ਸੱਸੀ ਦੀ ਔਂਕੜ ਕੱਟੀ ਗਈ। ਤੇ ਭੱਲਿਆਂ ਦੀ ਕੁਲ ਵਿੱਚ ਆਉਣ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਜੀਓ, ਗੁਣ ਤੇਰੇ,
ਗੁਣ ਦੇ ਨਾਲੇ ਨੂੰ ਪਿੰਡਿਆਈ ਬਹੁਤੇ ਗੁਣ, ਜਿਹੜੇ ਤੇਰੇ ਬਹੁਤ ਸਾਰੇ ਗੁਣ ਨੇ, ਤੇਰੀ ਉਪਮਾ ਤੋਹੇ ਬਨ ਆਵੇ। ਜਿਹੜੀ ਤੇਰੀ ਉਪਮਾ ਹੈ, ਤੇਰੀ ਬਰਾਬਰ ਦੀ ਸ਼ੈ ਹੈ, ਉਹ ਤੇਰੇ ਬਰਾਬਰ ਹੀ ਬਣ ਆਉਂਦੀ ਹੈ। ਭਾਵ ਤੇਰੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਹੈ, ਤੇਰੇ ਜਿਹਾ ਤੂੰ ਇਹ ਸਤਿਗੁਰੂ ਪਾਤਸ਼ਾਹ ਤੂੰ ਆਪ ਹੀ ਹੈ। ਆ ਜਿਹੜਾ ਸਵਈਆ ਹੈ ਇਹ ਭੱਟ ਭਲ ਜੀ ਦਾ ਹੈ। ਕੁੱਲ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਦੇ 22 ਸਵਈਏ ਨੇ। 9 ਸਵਈਏ ਭੱਟ ਕਲ ਸਹਾਰ ਜੀ ਨੇ ਉਚਾਰੇ, 5 ਭੱਟ ਜਾਲਪ ਜੀ ਨੇ ਉਚਾਰੇ, 4 ਭੱਟ ਕੀਰਤ ਜੀ ਨੇ ਉਚਾਰੇ, 2 ਸਵਈਏ ਭੱਟ ਭਿੱਖੇ ਜੀ ਦੇ ਅੱਜ ਅਸੀਂ ਵਿਚਾਰੇ ਨੇ, 1 ਸਵਈਆ ਭੱਟ ਸਲ ਜੀ ਦਾ ਤੇ 1 ਭੱਟ ਭਲ ਜੀ ਦਾ। ਇਹ ਕੁੱਲ ਜਿਹੜੇ 22 ਸਵਈਏ ਜਿਹੜੇ ਨੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਵਿੱਚ ਭੱਟਾਂ ਨੇ ਉਚਾਰੇ ਹਨ, ਜਿਨ੍ਹਾਂ ਦੀ ਸੰਪੂਰਨਤਾ ਹੈ। ਉਪਰੰਤ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਦੇ ਸਵਈਏ ਜਿਹੜੇ ਨੇ ਉਹ ਅੱਗੋਂ ਤੋਂ ਆਰੰਭ ਹੋ ਜਾਣਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਇਹਨਾਂ ਸਵਈਆਂ ਨੂੰ ਤੇ ਇਹਨਾਂ ਨੂੰ ਸਮਝ ਕੇ ਜੀਵਨ ਨੂੰ ਸਫਲ ਕਰ ਸਕੀਏ। ਸਤਿਗੁਰੂ ਪਾਤਸ਼ਾਹ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਮਨੁੱਖਾ ਜੀਵਨ ਦਾ ਲਾਹਾ ਲੈ ਸਕੀਏ। ਮੈਂ ਧੰਨਵਾਦ ਕਰਦਾ ਹਾਂ ਸਮੁੱਚੀ ਸਿੱਖ ਮਿਸ਼ਨਰੀ ਕਾਲਜ ਸਰਕਲ ਦੀ ਟੀਮ ਦਾ ਅਤੇ ਸਾਰੀ ਸਾਧ ਸੰਗਤ ਦਾ। ਮੇਰੇ ਵੱਲੋਂ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।